सतनाम श्री वाहिगुरू। बड़ी देर तो सवेरे 4 बजे तो लगातार आप इस पंडाल दे विच बैठे ਸਰੋਤਿਆਂ ਵੱਲੋਂ ਬੋਲਿਆ ਜਾਣ ਵਾਲਾ ਇੱਕ ਇੱਕ ਅੱਖਰ ਸੁਣ ਕੇ ਬੁੱਧੀ ਦੀ ਕਸਵੱਟੀ ਤੇ ਵਿਚਾਰ ਕੇ ਹਿਰਦੇ 'ਚ ਧਾਰਨ ਦਾ ਯਤਨ ਕਰਦੇ ਹੋਏ ਇੱਕ ਮਹਾਨ ਤਪ ਕਰ ਰਹੇ ਹੋ। ਸਹਿਜ ਤਪ ਜਿਸ ਨੂੰ ਆਖਿਆ ਜਾਂਦਾ ਹੈ ਤੇ ਜਿਸ ਦੇ ਫਲ ਬਾਰੇ ਗੁਰੂ ਮਹਾਰਾਜ ਨੇ ਫਰਮਾਨ ਕੀਤਾ ਹੈ, ਕਈ ਕੋਟ ਕੇ ਜਗ ਫਲਾ ਸੁਣ ਗਾਵਨ ਹਾਰੇ ਰਾਮ। ਕਿੱਥੋਂ ਆਏ ਹੋ ਇਹ ਤਪ ਕਰਨ ਵਾਸਤੇ? ਕੋਈ ਦਿੱਲੀ ਤੋਂ ਆਇਆ। ਮੈਨੂੰ ਹੁਣ ਦੱਸਦੇ ਸੀ ਜਦ ਮੈਨੂੰ ਮਿਲਦੇ ਸੀ ਜੀ ਮੈਂ ਦਿੱਲੀ ਤੋਂ ਆਇਆ, ਮੈਂ ਸੰਗਰੂਰ ਤੋਂ ਆਇਆ, ਫਰੀਦਕੋਟ ਤੋਂ ਆਇਆ ਸਾਡਾ ਟਰੱਕ, ਯੂਪੀ ਤੋਂ ਆਇਆ, ਸੀਤਾਪੁਰ ਤੱਕ ਪਲੀਏ ਤੱਕ ਸੰਗਤ ਬੈਠੀ ਹੈ। ਇੱਥੇ 800 ਕਿਲੋਮੀਟਰ ਹੈ ਇੱਥੋਂ। ਦੂਰ ਤੋਂ ਆਉਂਦੇ ਨੇ। ਮੈਂ ਹੈਰਾਨ ਹਾਂ ਵੀ ਐਡੀ ਦੂਰ ਪਤਾ ਕਿਵੇਂ ਲੱਗ ਗਿਆ। ਅਸੀਂ ਤਾਂ ਦੱਸਿਆ ਨਹੀਂ ਹੈ ਕਿਸੇ ਨੂੰ ਵੀ ਇੰਨਾ ਰੌਲਾ ਰੱਪਾ ਵੀ ਨਹੀਂ ਪਾਇਆ। ਕਹਿੰਦੇ ਜੀ ਫਲਾਣੇ ਤੋਂ ਇਸ਼ਤਿਹਾਰ ਲੱਗਿਆ ਸੀ। ਇੱਕ ਬੀਬੀ ਕਹਿੰਦੀ ਮੈਂ ਆਈ, ਇੱਥੇ ਪੁੱਛਦੀ ਰਹੀ ਚੰਡੀਗੜ੍ਹ ਵਿੱਚ, ਕਹਿੰਦੇ ਸਾਨੂੰ ਤਾਂ ਪਤਾ ਨਹੀਂ ਹੈ, ਇੱਥੇ ਕੋਈ ਸੰਤ ਸਮਾਗਮ ਵੀ ਹੈ, ਤੇ ਉਹਨੂੰ ਸੰਗਰੂਰ ਪਤਾ ਲੱਗ ਗਿਆ। ਇਸ ਤਰ੍ਹਾਂ ਜਗਿਆਸੂ ਖਿੱਚੇ ਹੋਏ ਤੁਰੇ ਆ ਰਹੇ ਨੇ ਕਿਸੇ ਅਗੰਮੀ ਸ਼ਕਤੀ ਦੇ ਰਿਮੋਟ ਕੰਟਰੋਲ ਦੇ ਨਾਲ। ਜਿਨ੍ਹਾਂ ਨੇ ਆਪਣੀ ਜੀਵਨ ਦੀ ਸੇਧ ਲੈਣੀ ਹੈ ਉਹਨਾਂ ਮਹਾਂਪੁਰਸ਼ਾਂ ਦੀਆਂ ਕਰਨੀਆਂ ਤੇ ਕਮਾਈਆਂ ਤੋਂ, ਜਿਹੜੇ ਅਮਰ ਮਹਾਂਪੁਰਸ਼ ਨੇ ਜਿਨ੍ਹਾਂ ਨੂੰ ਜਿੰਦਾ ਪੀ ਰੱਖਿਆ ਜਾਂਦਾ। ਤੇ ਜੇ ਇਹ ਕਹਿ ਦਈਏ ਕਿ ਉਹ ਵਾਹਿਗੁਰੂ ਦੇ ਵਿੱਚ ਸਮਾ ਕੇ, ਵਾਹਿਗੁਰੂ ਹੁਣ ਉਹਨਾਂ ਦਾ ਹੀ ਰੂਪ ਬਣਿਆ ਹੋਇਆ, ਕਿਉਂਕਿ ਵਾਹਿਗੁਰੂ ਦਾ ਤਾਂ ਕੋਈ ਰੰਗ ਰੂਪ ਰੇਖ ਹੁੰਦਾ ਨਹੀਂ ਕੋਈ। ਜਦੋਂ ਮਹਾਂਪੁਰਸ਼ ਪੂਰੀ ਕਮਾਈ ਕਰ ਲੈਂਦੇ ਨੇ ਉਹ ਜੋਤ ਵਿੱਚ ਜਾ ਕੇ ਸਮਾਉਂਦੇ ਨੇ, ਪਰਮੇਸ਼ਰ ਦਾ ਹੀ ਰੂਪ ਹੋ ਕੇ ਪਰਮੇਸ਼ਰ ਉਹੀ ਰੂਪ ਧਾਰਨ ਕਰ ਲੈਂਦਾ, ਗੁਰੂ ਨਾਨਕ ਦਾ ਰੂਪ ਧਾਰਿਆ। ਸੋ ਇਸ ਤਰ੍ਹਾਂ ਦੇ ਨਾਲ ਦੂਰ ਦਰਾਜ ਤੋਂ ਇਸ ਤਲਾਸ਼ ਵਿੱਚ ਆਏ ਹਾਂ ਕਿ ਅਸੀਂ ਭਟਕ ਰਹੇ ਹਾਂ। ਕੋਈ ਰਸਤਾ ਲੱਭ ਜਾਵੇ, ਰਸਤਾ ਟੋਲਣ ਵਾਸਤੇ ਅਸੀਂ ਬੜੇ ਥਾਵਾਂ ਤੇ ਜਾਂਦੇ ਹਾਂ। ਮੁਬਾਰਕ ਨੇ ਸਾਰੇ ਥਾਂ ਜੇ ਉਹ ਦੱਸ ਸਕਣ ਸਹੀ ਗੱਲ। ਪਰ ਜਿੱਥੇ ਤੱਕ ਵਿਚਾਰ ਕਰੀਏ, ਅਲਪ ਬੁੱਧੀ ਦੇ ਨਾਲ ਮੈਂ ਜਾਣਨ ਦੀ ਕੋਸ਼ਿਸ਼ ਕਰੀ ਹੈ, ਉਹ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਜਿੰਨੇ ਵੀ ਪਹਿਲੇ ਧਰਮ ਹੋ ਚੁੱਕੇ ਨੇ, ਚਾਹੇ ਇਸਲਾਮ ਦਾ ਚਾਹੇ ਈਸਾਈਅਤ ਹੈ, ਧਰਮ ਕਹਿਣਾ ਤਾਂ ਗਲਤ ਹੁੰਦਾ ਹੈ, ਮਜ਼ਹਬ ਠੀਕ ਸ਼ਬਦ ਹੁੰਦਾ ਹੈ, ਸੰਪਰਦਾ ਠੀਕ ਹੁੰਦਾ, ਕਿਉਂਕਿ ਧਰਮ ਤਾਂ ਇੱਕ ਯੂਨੀਵਰਸਲ ਟਰਮ ਹੈ। ਉਹ ਤਾਂ ਇੱਕ ਕਰੈਕਟਰ ਹੁੰਦਾ ਹੈ ਜਿਹੜਾ ਸਾਰਿਆਂ ਨੂੰ ਸੁੱਖ ਦੇਵੇ। ਧਰਮ ਸਾਰੀ ਦੁਨੀਆ ਦਾ ਇੱਕੋ ਹੀ ਹੈ। ਸੰਪਰਦਾਵਾਂ ਦੇ ਜੋ ਫਾਰਮੂਲੇ ਨੇ ਸਕੂਲਾਂ ਦੇ, ਉਹ ਥੋੜ੍ਹੇ ਅੱਡ ਅੱਡ ਹੋ ਕੇ ਪਹੁੰਚਾਉਂਦੇ ਹੀ ਉੱਥੇ ਹੀ ਨੇ। PhD ਇੱਕੋ ਹੀ ਹੋਇਆ ਕਰਦੀ ਹੈ। ਆਪਣੇ ਆਪਣੇ ਸਕੂਲ ਨੇ, ਪਰ ਕਿਸੇ ਦੇ ਵਿੱਚ PhD ਦਾ ਪ੍ਰਬੰਧ ਹੈ, ਕਿਸੇ ਦੇ ਨਹੀਂ। PhD ਦੇ ਬਾਅਦ D.Litt ਦਾ ਕਿਤੇ ਕਿਤੇ ਪ੍ਰਬੰਧ ਹੈ, ਡਾਕਟਰ ਆਫ ਲਿਟਰੇਚਰ। ਇਹ ਗੁਰੂ ਮਹਾਰਾਜ ਨੇ ਕਿਸੇ ਨੂੰ ਖੰਡਨ ਨਹੀਂ ਕਰਿਆ, ਕਿਸੇ ਨੂੰ, ਸਿਵਾਏ ਪਖੰਡ ਤੋਂ ਜਾਂ ਗਲਤ ਕੀਮਤਾਂ ਤੋਂ। ਜਿੱਥੇ ਗਲਤ ਕੀਮਤ ਹੋਈ ਹੈ ਉੱਥੇ ਉਹਨੂੰ ਸੁਧਾਰਨ ਦਾ ਯਤਨ ਕੀਤਾ ਹੈ। ਜਨੇਊ ਦੀ ਗੁਰੂ ਮਹਾਰਾਜ ਨੇ ਰਾਖੀ ਵੀ ਕਰੀ ਹੈ ਵੀ ਨਹੀਂ, ਜ਼ਬਰਦਸਤੀ ਇਹ ਲਾਇਆ ਨਹੀਂ ਜਾ ਸਕਦਾ। ਤਿਲਕ ਜੰਝੂ ਰਾਖਾ ਪ੍ਰਭ ਤਾਂ ਕਾ, ਕੀਨੋ ਵੱਡੋ ਕਲੂ ਮੈਂ ਸਾਕੀ। ਲੇਕਿਨ ਨਾਲ ਇਹ ਵੀ ਦੱਸ ਦਿੱਤਾ ਵੀ ਕੱਚੇ ਧਾਗੇ ਦੇ ਉੱਤੇ ਵਿਸ਼ਵਾਸ ਕਰਕੇ ਹੀ ਨਾ ਬੈਠੇ ਰਹੋ। ਪਾਉਣਾ ਪਾ ਲਓ, ਠੀਕ ਹੈ, ਬੰਦਾ ਸੋ ਜੋ ਪਵੇ ਵਿੱਚ ਬੰਦੀ, ਵੇਖਣ ਕੋ ਦੀਦਾਰ। ਜੇ ਦੀਦਾਰ ਦਾ ਸ਼ੌਕ ਜਾਗਿਆ, ਬੰਦਿਸ਼ ਚ ਪਾ ਲਓ ਆਪਣੇ ਜੀਵਨ ਨੂੰ, ਸੈਲਫ ਡਿਸਿਪਲਿਨ ਚ ਲੈ ਆਓ, ਪਰ ਰੁਕ ਨਾ ਜਾਓ। ਇੱਥੋਂ ਤੁਸੀਂ ਲੰਘ ਨਹੀਂ ਸਕਣਾ। ਇਹ ਤੋਂ ਅੱਗੇ ਤੁਹਾਨੂੰ ਅੰਦਰਲੀਆਂ ਕੀਮਤਾਂ ਅਪਣਾਉਣੀਆਂ ਪੈਣੀਆਂ। ਜਦ ਤੱਕ ਤੁਹਾਡੇ ਅੰਦਰ ਅੰਦਰਲੀ ਕੀਮਤ ਨਹੀਂ ਆਉਂਦੀ, ਜਦ ਤੱਕ ਤੁਹਾਡਾ ਆਪਾ ਉੱਚਾ ਨਹੀਂ ਹੁੰਦਾ, ਉਨੀ ਦੇਰ ਤੱਕ ਰਿਚੁਅਲ 'ਚ ਜੇ ਤੁਸੀਂ ਰਹਿ ਗਏ ਤਾਂ ਬੜਾ ਆਪਣੇ ਆਪ ਨੂੰ ਇੱਕ ਧੋਖਾ ਦੇ ਚੁੱਕੇ ਹੋ, ਧੋਖੇ ਵਿੱਚ ਫਸ ਗਏ। ਕਿਉਂਕਿ ਮਜ਼ਹਬ ਦੇ ਵਿੱਚ ਜੋ ਰਿਚੁਅਲ ਹੁੰਦਾ ਉਹ ਸਕੂਲ ਦਾ ਦਾਖਲਾ ਹੋਇਆ ਕਰਦਾ। ਗੁਰੂ ਗ੍ਰੰਥ ਸਾਹਿਬ ਦੇ ਨਾਲ ਜਦ ਅਸੀਂ ਵਿਚਾਰ ਕਰਾਂਗੇ, ਗੁਰੂ ਗ੍ਰੰਥ ਸਾਹਿਬ ਇਹਨਾਂ ਚੀਜ਼ਾਂ ਨੂੰ ਪ੍ਰਵਾਨ ਨਹੀਂ ਕਰਦੇ। ਲਿਖਾਰੀਆਂ ਦੀਆਂ ਲਿਖੀਆਂ ਹੋਈਆਂ ਗੱਲਾਂ ਜੋ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਦੇ ਨਾਲ ਮੇਲ ਨਹੀਂ ਖਾਂਦੀਆਂ, ਉਹ ਸਾਨੂੰ ਪਰਾਹੇ ਲੈ ਜਾਂਦੀਆਂ। ਸਾਥ ਗਲਤ ਹੋ ਜਾਂਦੇ, ਅਸੀਂ ਭੁੱਲ ਜਾਂਦੇ।
क्योंकि गुरु महाराज ने एक अंदर साइंस है हरेक दे, जिस जो गुप्त विद्या जिसनों आत्मिक विद्या कहते हैं, वो आत्मिक विद्या की जिन्नी देर तक जानकारी नहीं होंगी, स्कूल में रैगूलर स्टूडेंट होके पढ़ता नहीं तो क्लास दर क्लास पास होंदा अगे जाता नहीं है, उन्नी देर तक जे पहली जमात च दाखिल हो के सैटिस्फाई हो जाए कि मैं स्कूल में दाखिल हो गया, हुण मैं डॉक्टर ऑफ लिटरेचर बन गया, एक बड़ा भारी तिफल तसली वाली बात है। सत दे उत्ते आधारित हो के इहनूं कोई थां नहीं मिलिया करदा। सो महापुरुषां दा आउणा इसे करके हुंदा है कि मनां दे विच पिया होया हनेरा दूर कर देण। किन्नियां दिनां तो आप पिछले 3 दिनां तो 18 महापुरुषां दा असीं नाम लिखिया सी। 18 तो बाद ये बंदिश नहीं सी भी 19वें दा नाम नहीं सी लै सकदे ना, जिन्ने भी सतपुरुष होए ने वो सारियां दा ही असीं करदे सी, क्योंकि साडे जाने पछाणे इन्हां नूं असीं जाणदे हां। होर केते गावे सेवें चित ना आवे, वो चित च नहीं आ रहे, चेते च नहीं आ रहे, इस करके असीं इन्ने क महात्मा दा, बाबा अजीत सिंह जी दा, नथलपुर वालियां दा ब्रह्म ज्ञानी महापुरुष आए इलाके उत्ते उन्हां दी बड़ी जबरदस्त देन। मेरा भी उन्हां नाल थोड़ा संपर्क होया ते जे मैं गुप्त गल दसां, एक बारी दी गल है कि बाबा नंद सिंह जी दशहरी बाग वाले आए हुए सी चंडीगढ़। ये गल्लां होर तरह दीयां साध सिंह जी, थोड़े विश्वास दे नाल सुनिया जाण तां इन्हां तो कोई लाभ मिलदा है। ते मैं एक मुश्किल च पिया होया सी। वो मुश्किल ये सी कि जिथे महापुरुषां नाल मेरी संगत सी उत्थे जिन्ना मेरा आले दुआला सी इत्थे चंडीगढ़ दे अंदर पढ़े लिखे बंदे, कोई MA है, कोई BA है, कोई बहुत पढ़े हुए ने। एक केवल दुनियावी पढ़ाई पढ़े हुए नहीं सी, रूहानी पढ़ाई दे भी मालक जिहड़े सारी सारी रात जाके भजन करते सी। ऐसे भी बंदे जिन्हां ने नाम दे उत्ते पुस्तकां लिखियां सी। महाराज मैनूं कहण लगे तूं किताबां ना पढ़ी, ये जंगल हुंदा, गवाच जाएगा किते। सचमुचे मैं गवाच गया। गवाचा किस गल ते? ध्यान ते। ये कहंदे सी भी ध्यान जिहड़ा है साकार दा ये ठीक नहीं हुंदा, लेकिन जो प्रतੱਖ अनुभव सी भी वो ध्यान जिहड़ा है ये बिल्कुल सत बात है। जिन्नी देर तक साडा मन उपासना दे कांड च आके इस उपासना नूं सिद्ध नहीं कर लेंदा, उन्नी देर तक मनोमई कोश ते विग्यानमई कोश दो जिहड़े पढ़दे ने उन्हां तो असीं पार नहीं हो सकदे। ये एक साधन है उपासना का। कर्म जिहड़ा है वो शरीर विचों पार होण दा है। जिहड़ा प्राणा का नाम है वो प्राणमई कोश चों पार होण दा है। जिहड़ी उपासना है वो पार करती है मन दे विचों ते बुद्धि विचों, क्योंकि बड़े जबरदस्त पढ़ते ने, सानू रूहानी बंदे जानते हैं कि पढ़ते कितना नुकसान करते हैं। महापुरुष दा इलाज ध्यान दस्या करते हैं। ध्यान कई किस्म का हुंदा है। ध्यान साकार का भी हुंदा है, ध्यान शब्द की धुन का भी हुंदा है। कई प्रेमी गलत हो जाते हैं भी अखरां का ध्यान कर लेंदे ने, अखर तां निर्जिंद हुंदे ने। धुन जिहड़ी है नाम दी वो जिंद वाली हुंदी है, क्योंकि धुन तो ही संसार की उत्पत्ति हुई है। ये भी ध्यान रखो कि अकाल पुरख निरंकार आकार कर एक अंकार अपार सदाए। एक अंकार बनिया जिस वक्त जिवें आपां घर विच बैठे होइए, बाबा जी बैठा सी कमरे च, कुछ नहीं सी कर रहा, आराम नाल बैठा सी, दरवाजे बंद सी, ते जदों हुण इत्थे संगत च आ गया कीर्तन करना शुरू कर दिता है तो वही, कोई फर्क नहीं, नौ का फर्क पै गया। ते एक अंकार कहाया। एक अंकारों की होया? एक अंकारों शब्द धुन, एक धुन होई जिन्हों देव धुन कहते हैं। गुरु दशमेश पिता कहते हैं प्रथम ओंकार, ओंकार तिन कहा। सब तो पहला अखर जो संसार च बोलिया गया वो एक धुन सी जिसनों दसिया नहीं जा सकता। प्रकिरतक अखरां दे विच ते प्रकिरतक बोली दे विच ते प्रकिरतक तजर्बियां दे नाल केवल रूहानी अनुभव उस धुन नूं अनुभव कर सकदा जिन्हों सो शब्द कहते हैं। वो जिन्नी देर तक शब्द का प्रकाश हिरदे च नहीं हुंदा, बिन शब्दे अंतर अंधेरा, ना बस ले ना चुके फेरा। सतगुर हथ कुंजी होरत दर खुले नाई, गुर पूरे भाग मिलावणिया।
ਉਹ ਧੁਨ ਤੋਂ ਮਹਾਰਾਜ ਕਹਿੰਦੇ ਏਕ ਓੰਕਾਰੋਂ ਸ਼ਬਦ ਧੁਨ, ਉਸ ਧੁਨ ਦਾ ਨਾਮ ਰੱਖਿਆ ਗਿਆ ਓੰਕਾਰ। ਧੁਨ ਦਾ ਨਾਮ, ਸ਼ਬਦ ਦਾ ਨਾਮ ਰੱਖਿਆ ਗਿਆ, ਲੇਕਿਨ ਕਿਉਂਕਿ ਅੱਖਰ ਇਹ ਪ੍ਰਕਿਰਤਕ ਹੈ, ਪ੍ਰਕਿਰਤੀ ਪੈਦਾ ਹੋਣ ਤੋਂ ਬਾਅਦ ਅੱਖਰ ਪੈਦਾ ਹੋਇਆ, ਅਸੀਂ ਰੱਖਿਆ ਉਹਦਾ ਨਾਮ। ਉਹਨੂੰ ਸ਼ਬਦ ਦਾ ਕੋਈ ਨਾਮ ਨਹੀਂ ਕਹਿ ਸਕਦਾ, ਕਿਹਾ ਨਹੀਂ ਜਾਂਦਾ ਉਹਦੇ ਬਾਰੇ। ਕਹਿੰਦੇ ਓੰਕਾਰ, ਓੰਕਾਰ ਆਕਾਰ ਪਾਇਆ। ਉਸ ਧੁਨ ਤੋਂ ਸਾਰੀ ਸ੍ਰਿਸ਼ਟੀ ਰਚੀ ਗਈ ਤੇ ਉਹ ਧੁਨ ਸਾਰਿਆਂ ਦੇ ਅੰਦਰ ਹੈ। ਇਸ ਵੇਲੇ ਨਾਮ ਕੇ ਤਾਰੇ ਸਗਲੇ ਜੰਤ, ਨਾਮ ਕੇ ਤਾਰੇ ਖੰਡ ਬਨ। ਤੇ ਉਸ ਧੁਨ ਦਾ ਜਦ ਅਸੀਂ ਧਿਆਨ ਕਰਦੇ ਹਾਂ, ਧੁਨ ਮੇਂ ਧਿਆਨ, ਧਿਆਨ ਮੇਂ ਜਾਣਿਆ, ਗੁਰਮੁਖ ਕਥ ਖਾਣ, ਦੋ ਚੀਜ਼ਾਂ ਸਾਡੀਆਂ ਪਾਰ ਹੋ ਜਾਂਦੀਆਂ। ਸੋ ਮੇਰੇ ਮਨ ਵਿੱਚ ਇਹ ਵਿਖੇਪਤਾ ਹੋ ਗਈ ਵੀ ਧੁਨ ਦਾ ਧਿਆਨ ਤਰਾਂਗ, ਸਾਕਾਰ ਦਾ ਤਰਾਂਗ। ਉਲਝਣ ਪੈ ਗਈ। ਮਹਾਂਪੁਰਸ਼ ਆਏ ਹੋਏ ਨੇ ਬਾਬਾ ਨੰਦ ਸਿੰਘ ਜੀ, ਬਗੈਰ ਬੋਲੇ ਮੈਂ ਸਵਾਲ ਕਰ ਦਿੱਤਾ। 138 ਸਾਲ ਦੇ ਹੋ ਕੇ ਸਰੀਰ ਛੱਡਿਆ। ਮਹਾਰਾਜ ਜੀ ਨਾਲ ਬਹੁਤ ਪ੍ਰੇਮ ਸੀ। ਮੈਂ ਕੱਲ ਦੱਸਿਆ ਸੀ ਕਿ ਜਦੋਂ ਆਪ ਦਬਲਾਨ ਆਏ, ਮਹਾਰਾਜ ਜੀ ਨੇ ਮੈਨੂੰ ਕਿਹਾ ਵੀ ਜਾ ਕੇ ਉਹਨਾਂ ਨੂੰ ਲੈ ਕੇ ਆਓ। ਤਾਂ ਉਸ ਵੇਲੇ ਉਹਨਾਂ ਨੇ ਕਿਹਾ ਵੀ ਇਹ ਸ਼ਬਦ ਮੈਂ ਪਹਿਲਾਂ ਵੀ ਸੁਣਿਆ ਸੀ, ਬਾਬਾ ਰਾਮ ਸਿੰਘ ਜੀ ਤੇ ਨਾਮਧਾਰੀ। ਉਹ ਸ਼ਬਦ ਗੂੰਜਦਾ ਰਿਹਾ। ਜਦੋਂ ਮੱਧਮ ਪਿਆ ਉਸ ਵੇਲੇ ਬਾਬਾ ਅਤਰ ਸਿੰਘ ਜੀ ਮਸਤੂਆਂ ਵਾਲੇ ਤੋਂ ਮੈਂ ਇਹ ਸ਼ਬਦ ਸੁਣਿਆ ਤੇ ਮੈਨੂੰ ਕਹਿੰਦਾ ਤੂੰ ਸ਼ਬਦ ਸੁਣਾ ਦੇ, ਸ਼ਬਦ ਸੁਣਾ ਦੇ। ਮੈਨੂੰ ਸਮਝਣਾ ਪਵੇ ਕਿਹੜਾ ਸ਼ਬਦ ਸੁਣਾ ਦੇ। ਮਹਾਰਾਜ ਜੀ ਨੇ ਆਪੇ ਦਇਆ ਕੀਤੀ, ਕਹਿਣ ਲੱਗੇ ਜਾ ਉਹਨਾਂ ਨੂੰ ਲੈ ਕੇ ਆ ਤੂੰ। ਮੈਂ ਗਿਆ, ਜਾ ਕੇ ਲਿਆਂਦਾ ਤੇ ਸ਼ਬਦ ਉਹਨਾਂ ਨੇ ਸੁਣਿਆ। ਉਸ ਵੇਲੇ ਬੜੇ ਹੀ ਪ੍ਰਸੰਨ ਹੋਏ। ਪ੍ਰਸੰਨ ਹੋ ਕੇ ਉਹਨਾਂ ਨੇ ਕਿਹਾ, ਕਹਿੰਦੇ ਤੈਂ ਗੁਰੂ ਨਾਨਕ ਦਾ ਘਰ ਵੀ ਲੁੱਟ ਲਿਆ ਤੇ ਮੈਨੂੰ ਫਕਰ ਨੂੰ ਵੀ ਲੁੱਟ ਲਿਆ। 120 ਸਾਲ ਦੀ ਕਮਾਈ ਲੁੱਟ ਲਈ, 120 ਸਾਲ ਦੀ। ਕੱਲ ਮੈਂ ਬੜੇ ਵਿਸਤਾਰ ਦੇ ਨਾਲ ਇਹ ਜ਼ਿਕਰ ਕੀਤਾ ਸੀ। ਸੋ ਇਹ ਚੀਜ਼ ਮਹਾਤਮਾ ਸੀਗੇ, ਅਨੁਭਵੀ ਪੂਰਨ ਮਹਾਂਪੁਰਸ਼ ਸੀ। ਚੁੱਪ ਕਰਕੇ ਮੈਂ ਸਵਾਲ ਕਰਦਾ, ਬੋਲ ਕੇ ਨਹੀਂ ਕਰਿਆ। ਉਹਨਾਂ ਨੇ ਬੋਲ ਕੇ ਜਵਾਬ ਨਹੀਂ ਦਿੱਤਾ, ਸੁਪਨੇ 'ਚ ਆ ਗਏ। ਕਹਿੰਦੇ ਹੁਣ ਕਰ ਸਵਾਲ। ਮੈਂ ਕਿਹਾ ਜੀ ਆ ਹੈ ਵੀ ਜੋਤੀ ਦਾ ਧਿਆਨ ਕਰਨਾ ਚਾਹੀਦਾ ਕਿ ਗੁਰੂ ਨਾਨਕ ਸਾਹਿਬ ਦਾ ਕਰਨਾ ਚਾਹੀਦਾ ਜਾਂ ਮਹਾਂਪੁਰਸ਼ਾਂ ਦਾ। ਕਹਿੰਦੇ ਹੁਣ ਦੇਖ ਸਾਹਮਣੇ ਕੀ ਹੈ। ਸਾਹਮਣੇ ਦੇਖਿਆ ਤਾਂ ਗੁਰੂ ਨਾਨਕ ਸਾਹਿਬ। ਹੁਣ ਕੀ ਹੈ? ਕਹਿੰਦੇ ਮੈਂ ਕਿਹਾ ਜੀ ਜੋਤ। ਕਹਿੰਦੇ ਹੁਣ ਕੀ ਹੈ? ਮੈਂ ਕਿਹਾ ਜੋਤ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ। ਕਹਿੰਦੇ ਹੁਣ ਕੀ ਨਜ਼ਰ ਆਉਂਦਾ? ਮੈਂ ਕਿਹਾ ਗੁਰੂ ਨਾਨਕ ਸਾਹਿਬ। ਕਹਿੰਦੇ ਹੁਣ ਕੀ ਨਜ਼ਰ ਆਉਂਦਾ? ਮੈਂ ਕਿਹਾ ਜੋਤ। ਪ੍ਰਤੱਖ ਰੂਪ 'ਚ ਦਿਖਾਇਆ। ਇਹਨੇ ਨੂੰ ਇੱਕ ਉੱਚੀ ਦੇ ਕੇ ਆਵਾਜ਼ ਆਈ ਵੀ ਸਾਡੇ ਕੋਲ ਪਹੁੰਚ ਛੇਤੀ। ਜਦ ਮੈਂ ਦੇਖਿਆ ਤਾਂ ਬਾਬਾ ਅਜੀਤ ਸਿੰਘ ਦੀ ਆਵਾਜ਼। ਉਸ ਦਿਨ ਸ਼ੁੱਕਰਵਾਰ ਸੀ ਦੀ ਰਾਤ ਸੀ ਤੇ ਜਦ ਮੈਂ ਸਵੇਰੇ ਜਾਗਿਆ, ਦਫ਼ਤਰ ਸੀਗਾ, ਦਫ਼ਤਰ ਜਾਣਾ ਸੀ, ਛੁੱਟੀ ਮੈਂ ਲਈ ਨਾ। ਲੇਕਿਨ ਅੰਦਰ ਮੇਰੇ ਬਹੁਤ ਖਿੱਚ ਪਈ ਹੋਈ। ਅਗਲੇ ਦਿਨ ਮੈਂ ਤੇ ਤੁਹਾਡੇ ਬੀਬੀ ਜੀ ਦੋਏ ਤੁਰੇ, ਖਰੜ ਤੱਕ ਗਏ। ਉਹ ਟਿਕਟ ਦੇਣ ਵਾਲਾ ਕਹਿੰਦਾ ਕਿੱਥੇ ਜਾਣਾ? ਮੈਂ ਕਿਹਾ ਹੁਣ ਕਿੱਥੇ ਲਾਏਗਾ? ਕਹਿੰਦਾ ਮਰਿੰਡੇ। ਮੈਂ ਕਿਹਾ ਉੱਥੇ ਹੀ ਲਾ ਦੇ ਸਾਨੂੰ। ਮਰਿੰਡੇ ਲਾਤਾ। ਅਸੀਂ ਪੈਦਲ ਚੱਲ ਕੇ ਗੋਪਾਲਪੁਰ ਦੇ ਵਿੱਚ ਹੀ ਹੋ ਕੇ ਬਾਬਾ ਜੀ ਦੇ ਕੋਲ ਪਹੁੰਚਦੇ ਹਾਂ। ਬਾਬਾ ਜੀ ਮੈਨੂੰ ਦੇਖਦੀ ਸਾਰ ਕਹਿਣ ਲੱਗੇ, ਕੀ ਗੱਲ ਭਾਈ ਤੂੰ ਕੱਲ ਨਾ ਆਇਆ? ਹੁਣ ਨਾ ਤਾਂ ਮੈਂ ਦੱਸਿਆ ਉਹਨਾਂ ਨੂੰ ਵੀ ਤੁਸੀਂ ਮੈਨੂੰ ਆਵਾਜ਼ ਮਾਰੀ ਸੀ, ਨਾ ਮੈਂ ਉਸ ਤੋਂ ਪਹਿਲਾਂ ਕਦੇ ਉਹਨਾਂ ਕੋਲ ਗਿਆ ਸੀ। ਕਹਿੰਦੇ ਕੱਲ ਨਾ ਤੂੰ ਆਇਆ? ਮੈਂ ਜੀ ਦਫ਼ਤਰ ਸੀਗਾ। ਕਹਿੰਦੇ ਅੱਛਾ, ਜਾਤ ਮੇਂ ਜੋਤ, ਜੋਤ ਮੈਂ ਜਾਤਾ, ਅਕਲ ਕਲਾ ਭਰਪੂਰ ਹੈ। ਇੱਕ ਗੱਲ ਕਹਿ ਕੇ ਸਾਰੇ ਹੀ ਭਰਮਨਾਸ਼ ਕਰ ਦਿੱਤੇ। ਉਹਨਾਂ ਬਾਬਾ ਜੀ ਦੀ ਇਸ ਇਲਾਕੇ ਦੇ ਉੱਤੇ ਬੜੀ ਭਾਰੀ ਕਿਰਪਾ ਹੈ। ਅੱਜ ਤੋਂ ਕੋਈ 30 ਸਾਲ ਪਹਿਲਾਂ ਆਹ ਚਾਹੜ ਮਾਜਰਾ ਪਿੰਡ ਹੈ, ਇੱਥੇ ਆਪ ਆਏ। ਮੇਹਰ ਸਿੰਘ ਹੁੰਦੇ ਸੀ, ਚੜ੍ਹਾਈ ਕਰਕੇ। ਉਹਨਾਂ ਦਾ ਲੜਕਾ ਹੁਣ ਬੜੀ ਸੇਵਾ ਕਰਦਾ, ਕਾਕਾ ਸਿੰਘ। ਇੱਥੇ ਖੜੇ ਇੱਧਰ ਨੂੰ ਦੇਖੀ ਜਾਂਦੇ ਨੇ ਜਿੱਥੇ ਆਪਾਂ ਬੈਠੇ ਹਾਂ, ਔਰ ਚੰਡੀਗੜ੍ਹ ਵੱਲ ਨੂੰ ਨਹੀਂ ਦੇਖ ਰਹੇ। ਜਦ ਕਾਫੀ ਦੇਰ ਹੋ ਗਈ, ਕਹਿਣ ਲੱਗੇ ਮੇਹਰ ਸਿੰਘ ਹੋਣੀ, ਬਾਬਾ ਜੀ ਕਹਿੰਦੇ ਇੱਧਰ ਨੂੰ ਕੀ ਦੇਖੀ ਜਾਂਦੇ ਹੋ ਸਰਕਲਿਆਂ ਦੇ ਉੱਤੇ? ਐਂ ਹੱਥ ਚੱਕ ਲਿਆ, ਐਂ ਕਰਨ ਲੱਗ ਗਏ। ਕਹਿੰਦੇ ਬਾਬਾ ਜੀ ਕੀ ਦੇਖਦੇ ਹੋ? ਚੰਡੀਗੜ੍ਹ ਤਾਂ ਇੱਧਰ ਹੈ। ਕਹਿੰਦੇ ਛੱਡ ਚੰਡੀਗੜ੍ਹ। ਕਹਿੰਦੇ ਇੱਥੇ ਇੱਕ ਸਥਾਨ ਪ੍ਰਗਟ ਹੋਣਾ।
ਤੇ ਉੱਥੇ ਬੜਾ ਕੁਝ ਹੋਇਆ ਕਰੇਗਾ, ਦੇਖੋਗੇ ਤੁਸੀਂ। ਕਹਿਣ ਲੱਗਿਆ ਬਾਬਾ ਜੀ ਕਦ ਹੋਊ? ਕਹਿੰਦੇ ਇਹ ਨਹੀਂ ਅਸੀਂ ਗੱਲ ਕਰਦੇ, ਇਹ ਨਹੀਂ ਅਸੀਂ ਦੱਸਦੇ ਕਦ ਹੋਊ, ਤੁਸੀਂ ਦੇਖ ਲਓਗੇ, ਅਸੀਂ ਗੱਲ ਕਹਿ ਦਿੰਦੇ ਹਾਂ। ਸੋ ਉਹਨਾਂ ਦਾ ਇਸ ਇਲਾਕੇ ਦੇ ਉੱਤੇ ਬਹੁਤ ਵੱਡਾ ਉਪਕਾਰ ਹੈ, ਉਹਨਾਂ ਦਾ ਤਪ ਤੇਜ ਹੈ ਇਸ ਇਲਾਕੇ ਦੇ ਉੱਤੇ, ਜਿਹਦੇ ਕਰਕੇ ਅਸੀਂ ਅੱਜ ਇਸ ਸਥਾਨ ਤੇ ਬੈਠੇ ਹੋਏ ਇੱਕ ਮਹਾਨ ਸ਼ਾਂਤੀ ਅਨੁਭਵ ਕਰ ਰਹੇ। ਬੜੇ ਮਹਾਂਪੁਰਸ਼ ਸੀ, ਬੜੇ ਜ਼ਬਰਦਸਤ ਸੀਗੇ, ਜਿਨ੍ਹਾਂ ਨੇ ਦੇਖੇ ਨੇ, ਦਰਸ਼ਨ ਕਰੇ ਆ, ਜਾਣਦੇ ਆ ਵੀ ਸੱਚਮੁੱਚ ਬ੍ਰਹਮ ਗਿਆਨੀ ਸੀਗੇ। ਸੋ ਉਹਨਾਂ ਦਾ ਵੀ, ਕਿਉਂਕਿ ਮਹਾਂਪੁਰਸ਼ ਤਾਂ ਸਾਰੇ ਨੇ, ਲੇਕਿਨ ਸਾਤੇ ਗਲਤੀ ਇੱਕ ਇਹ ਹੋ ਗਈ ਵੀ ਬੋਲਣ ਵਾਲੇ ਤਾਂ ਮਹਾਂਪੁਰਸ਼ ਬਹੁਤ ਆਏ ਨੇ। ਲਖਮੀਰ ਸਿੰਘਾਂ ਨੂੰ ਮੈਂ ਕਿਹਾ ਸੀ, ਮੈਂ ਕਿਹਾ ਦੇਖੋ ਆਪਾਂ ਹੱਥ ਬੰਨ੍ਹ ਕੇ ਸੰਤਾਂ ਦੇ ਕੋਲ ਬੇਨਤੀ ਕਰੀਏ ਕਿ 4 ਦਿਨ ਦਾ ਸਮਾਗਮ ਹੈ, ਚਾਹੇ 20-20 ਮਿੰਟ ਹੋਣ, ਚਾਹੇ 25-25 ਹੋਣ, ਇਹਨਾਂ ਦੇ ਵਿੱਚ ਆਪਾਂ ਵਿਉਂਤਬੰਦੀ ਪ੍ਰਚਾਰ ਕਰੀਏ। ਲੱਖਾਂ ਰੁਪਏ ਖਰਚ ਹੋ ਜਾਂਦੇ ਨੇ ਸੰਗਤ ਦੇ, ਕਿੱਥੋਂ ਕਿੱਥੋਂ ਤੁਰੇ ਆਏ ਹੋ, ਕਿੰਨੇ ਟਰੱਕ, ਆ ਬਾਹਰ ਜਾ ਕੇ ਦੇਖੋ, ਸੈਂਕੜਿਆਂ ਦੀ ਤਾਦਾਦ 'ਚ ਟਰੱਕ ਟਰਾਲੀਆਂ ਕਰੇ, ਕਿੰਨਾ ਤੇਲ, ਕਿੰਨੀਆਂ ਦਿਹਾੜੀਆਂ, ਕਿੰਨੀ ਖੇਚਲ। ਜਦ ਮੈਨੂੰ ਦੱਸਦੇ ਨੇ ਜੀ ਅਸੀਂ ਤਾਂ ਮਾਛੀਵਾੜੇ ਤੋਂ ਟਰੱਕ ਲੈ ਕੇ ਆਏ, ਕੋਈ ਕਹਿੰਦੇ ਜੀ ਅਸੀਂ ਫਲਾਣੇ ਥਾਂ ਤੋਂ ਟਰਾਲੀ 'ਚ ਆ ਰਹੇ ਹਾਂ, ਮੈਨੂੰ ਮਿਲੇ, ਕਹਿੰਦੇ ਆਨੰਦਪੁਰ ਸਾਹਿਬ ਤੋਂ ਆਏ ਹਾਂ ਅਸੀਂ। ਮੈਂ ਕਹਿੰਦਾ ਵੀ ਇਹਨਾਂ ਦੇ ਪੱਲੇ ਵੀ ਕੁਝ ਪੈਣਾ ਚਾਹੀਦਾ, ਇੱਥੇ ਆ ਕੇ ਕੋਈ ਚੀਜ਼ ਲੈ ਕੇ ਜਾਣ, ਵੀ ਇੰਨਾ ਖਰਚਾ ਹੋ ਰਿਹਾ ਹੈ। ਇੱਕ ਸੰਤ ਨੇ ਜਵੱਦੀ ਵਾਲੇ, ਸੰਤ ਸੁੱਚਾ ਸਿੰਘ, ਮੈਂ ਉਹਨਾਂ ਨੂੰ ਚਿੱਠੀ ਲਿਖੀ ਵੀ ਸੰਤ ਜੀ ਤੁਸੀਂ ਸਹੀ ਰਾਹ ਫੜਿਆ, ਬਿਲਕੁਲ ਸਹੀ, ਮੈਂ ਤੁਹਾਡੀ ਪ੍ਰਸ਼ੰਸਾ ਕਰਦਾ, ਕਿਉਂਕਿ ਤੁਸੀਂ ਇੱਕ ਸਮਾਗਮ ਕੀਤਾ ਤੇ ਗੁਰੂ ਗ੍ਰੰਥ ਸਾਹਿਬ ਦੇ 31 ਰਾਗ, ਉਹਨਾਂ ਦੇ ਵਿੱਚ ਸ਼ਬਦ ਪੜ੍ਹਾਉਣ ਵਾਸਤੇ ਤੁਸੀਂ ਲੱਖਾਂ ਰੁਪਈਆ ਖਰਚ ਰਹੇ ਹੋ। ਇਹ ਵਿਉਂਤਬੰਦੀ ਤੇ ਮੈਂ ਤੁਹਾਡੇ ਬਲਿਹਾਰ ਜਾਂਦਾ, ਮੈਂ ਇਹ ਗੱਲ ਨਹੀਂ ਕਰ ਸਕਿਆ। ਲਖਮੀਰ ਸਿੰਘਾਂ ਨੂੰ ਮੈਂ ਕਿਹਾ ਵੀ ਐਂ ਕਰੋ, ਜੇ ਮਹਾਂਪੁਰਸ਼ ਨਾਰਾਜ਼ ਨਾ ਹੋਣ ਤਾਂ ਆਪਾਂ ਇੱਕ ਇੱਕ ਮਹਾਂਪੁਰਸ਼ ਦਾ ਜੀਵਨ, ਇੱਕ ਇੱਕ ਮਹਾਂਪੁਰਸ਼ ਨੂੰ ਅਲਾਟ ਕਰ ਦਈਏ, ਉਹਦੇ ਉੱਤੇ ਹੀ ਉਹ ਬੋਲੇ, ਤਾਂ ਕਿ 18-20 ਮਹਾਂਪੁਰਸ਼ ਨੇ 4 ਦਿਨਾਂ ਦੇ ਅੰਦਰ ਅਸੀਂ ਸਾਰਿਆਂ ਦੇ ਜੀਵਨ ਤੇ ਥੋੜੀਆਂ ਥੋੜੀਆਂ ਝਾਕੀਆਂ ਦੇਖ ਸਕੀਏ। ਇਹ ਥੋੜਾ ਜਿਹਾ ਇਸ ਗੱਲ 'ਚ ਆ ਗਏ, ਕਹਿੰਦੇ ਨਾਰਾਜ਼ ਨਾ ਹੋ ਜਾਣ। ਮੈਂ ਕਿਹਾ ਨਹੀਂ, ਇਹ ਤਾਂ ਇਹਦੇ 'ਚ ਨਾਰਾਜ਼ੀ ਦੀ ਤਾਂ ਕੋਈ ਗੱਲ ਨਹੀਂ ਹੈ। ਕਿਸੇ ਨੂੰ ਕਹੋ ਵੀ ਤੂੰ ਬਾਬਾ ਮਹਾਰਾਜ ਸਿੰਘ ਤੇ ਬੋਲੀ, ਤੂੰ ਬਾਬਾ ਵੀਰ ਸਿੰਘ ਤੇ ਇਕੱਲਾ ਤਾਂ ਬੋਲ ਨਹੀਂ ਸਕਦਾ। ਸੋ ਇਸ ਤਰ੍ਹਾਂ ਕੋਸ਼ਿਸ਼ ਕੀਤੀ ਗਈ ਹੈ। ਭਾਈ ਦਇਆ ਸਿੰਘ ਜੀ ਤੇ ਸਾਰੇ ਜਿੰਨੇ ਮਹਾਤਮਾ ਹੁਣ ਤਾਈਂ ਆਏ ਨੇ, ਪਹਿਲੇ ਮਹਾਂਪੁਰਸ਼ਾਂ ਤੇ ਹੀ ਬੋਲੇ ਨੇ, ਗਾਹਾਂ ਵਾਲਿਆਂ ਤੇ ਕੋਈ ਬੋਲਿਆ ਨਹੀਂ। ਸੋ ਕੱਲ ਪਰਸੋਂ ਪਹਿਲੇ ਦਿਨ ਮੈਂ ਅਰਜ਼ ਕਰੀ ਸੀ 3 ਮਹਾਂਪੁਰਸ਼ਾਂ ਤੇ, ਦੂਸਰੇ ਦਿਨ ਅਗਲਿਆਂ ਤੇ ਕਰੀ, ਕੱਲ ਬਾਬਾ ਖੁਦਾ ਸਿੰਘ, ਇਹਨਾਂ ਤੇ ਕਰਦੇ ਕਰਦੇ ਟਾਈਮ ਲੰਘ ਗਿਆ। ਤੇ ਅੱਜ ਆਪ ਦੀ ਸੇਵਾ 'ਚ ਇਸ ਤੋਂ ਅੱਗੇ ਬੇਨਤੀ ਕਰਨੀ ਚਾਹੁੰਦੇ ਹਾਂ, ਤਾਂ ਕਿ ਸਾਰੀ ਸੰਪਰਦਾ ਦੇ ਬਾਰੇ ਤੁਹਾਨੂੰ ਆਪਾਂ ਨੂੰ ਥੋੜਾ ਥੋੜਾ ਗਿਆਨ ਹੋ ਜਾਵੇ ਵੀ ਆਖਿਰਕਾਰ ਉਹਨਾਂ ਮਹਾਂਪੁਰਸ਼ਾਂ ਦਾ ਉਦੇਸ਼ ਕੀ ਸੀਗਾ, ਉਹ ਚਾਹੁੰਦੇ ਕੀ ਸੀ, ਜੀਵਨ ਕਿਹਾ ਜਿਹਾ ਗੁਜ਼ਾਰਿਆ ਤੇ ਕਿਸ ਤਰ੍ਹਾਂ ਨਾਲ ਬੇਪਰਵਾਹ ਰਹਿੰਦੇ ਸੀ। ਤੇ ਉਹਨਾਂ ਦਾ ਜੀਵਨ ਅਸੀਂ ਦੇਖ ਕੇ ਆਪਣੇ ਵਾਸਤੇ ਪਥ ਪ੍ਰਦਰਸ਼ਕ ਸਾਡੇ ਵਾਸਤੇ ਬਣਨਾ ਉਹਨੇ, ਕਿਉਂਕਿ ਜੇ ਅਸੀਂ ਉਹਨਾਂ ਦੀ ਸੰਪਰਦਾ ਦੇ ਕੁੱਤੇ ਬਿੱਲੇ ਕਹਾਉਣੇ ਆ ਤਾਂ ਸਾਡਾ ਫਰਜ਼ ਬਣ ਜਾਂਦਾ ਹੈ ਕਿ ਅਸੀਂ ਆਪਣੇ ਮਹਾਂਪੁਰਸ਼ਾਂ ਦੀ ਤੋਰੀ ਹੋਈ ਲੀਹ ਨੂੰ ਅੱਗੇ ਲੈ ਕੇ ਜਾਈਏ, ਆਊਟ ਨਾ ਹੋਈਏ ਉਹ ਤੋਂ। ਉਹ ਮਹਾਂਪੁਰਸ਼ਾਂ ਨੇ ਯੁੱਧ ਵੀ ਬੜੇ ਕੀਤੇ। ਭਾਈ ਦਇਆ ਸਿੰਘ ਦੀ ਸਾਰੀ ਜ਼ਿੰਦਗੀ ਗੁਰੂ ਸਾਹਿਬ ਨਾਲ ਯੁੱਧਾਂ 'ਚ ਗਈ। ਬਾਬਾ ਸਾਹਿਬ ਸਿੰਘ ਜੀ ਦਾ ਜੀਵਨ ਜਿਹੜਾ ਸੀ ਰਾਜਾ ਜੋਗੀ ਦਾ ਹੋਣ ਕਰਕੇ ਯੁੱਧ ਵੀ ਉਹ ਕਰਦੇ ਸੀ ਤੇ ਉਪਦੇਸ਼ ਵੀ ਦਿੰਦੇ ਸੀ, ਤੇ ਸਿੱਖ ਪੰਥ ਦੀ ਪੂਰੀ ਜ਼ਿੰਮੇਵਾਰੀ ਆਪਣੇ ਸਿੱਖ ਰਾਜ ਦੀ, ਸਿੱਖ ਪੰਥ ਦੀ ਆਪਣੇ ਉੱਤੇ ਲਈ ਸੀ। ਬਾਬਾ ਵੀਰ ਸਿੰਘ ਜੀ ਨੇ ਇੱਕ ਐਸਾ ਆਦਰਸ਼ ਦਿੱਤਾ ਕਿ ਸਿੱਖ ਨਿਰਵੈਰ ਹੈ, ਕਿਸੇ ਨਾਲ ਵੈਰ ਨਹੀਂ ਸਿੱਖਦਾ। ਬਾਬਾ ਵੈਰ ਨਾ ਕਰੀਏ ਕਾਹੂੰ, ਪ੍ਰਤੱਖ ਕਰ ਦਿੱਤਾ ਉਸਨੇ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਫੌਜਾਂ ਚੜੀਆਂ ਆ ਰਹੀਆਂ। ਕੱਲ ਮੈਂ ਬੇਨਤੀ ਕਰੀ ਸੀ ਕਿ ਬਾਬਾ ਜੀ ਹੁਕਮ ਕਰ ਰਹੇ ਨੇ ਸ਼ਸਤਰ ਨਹੀਂ ਚੱਕਣਾ ਪ੍ਰੇਮੀਓ, ਪ੍ਰਸ਼ਾਦ ਬਣਾਓ, ਕੜਾਹ ਪ੍ਰਸ਼ਾਦ। ਫੌਜਾਂ ਥੱਕੀਆਂ ਹੋਣਗੀਆਂ, ਜਦੋਂ ਸਾਡੇ ਸਰੀਰ ਦਾ ਅੰਤ ਹੋ ਜਾਣਾ ਹੈ, ਪਹਿਲਾ ਕੰਮ ਤੁਸੀਂ ਇਹ ਕਰਨਾ ਹੈ, ਗਲ 'ਚ ਪੱਲੇ ਪਾ ਕੇ ਆਈਆਂ ਫੌਜਾਂ ਦਾ ਸਤਿਕਾਰ ਕਰਨਾ ਹੈ।
ਉਹ ਗੋਲੀਆਂ ਮਾਰਨਗੇ, ਡਰਿਓ ਨਾ, ਘਬਰਾਇਓ ਨਾ, ਗੁਰਸਿੱਖਾਂ ਮੰਗਣ ਰਿਓ ਤੇ ਕਿਹੋ ਵੀ ਪਹਿਲਾਂ ਪੰਗਤਾਂ ਲਾਓ ਭਾਈ, ਪੰਗਤਾਂ ਲਾ ਕੇ ਪ੍ਰਸ਼ਾਦੇ ਛਕੋ। ਨਾਂ ਨਹੀਂ ਇੱਥੇ ਕਿਸੇ ਦਾ ਪੁੱਛਿਆ ਜਾਂਦਾ ਵੀ ਤੂੰ ਕੌਣ ਹੈ। ਇੱਥੇ ਕਿਹਾ ਜਾਂਦਾ ਵਾਹਿਗੁਰੂ ਜੀ ਪ੍ਰਸ਼ਾਦਾ ਛਕੋ, ਵਾਹਿਗੁਰੂ ਜੀ ਦਾਲਾ, ਵਾਹਿਗੁਰੂ ਜੀ ਪ੍ਰਸ਼ਾਦਾ। ਸਾਨੂੰ ਕੋਈ ਪਤਾ ਨਹੀਂ ਵੀ ਇੱਥੇ ਦੁਨੀਆ ਨੂੰ ਪਤਾ ਹੋਣਾ ਵੀ ਸਾਧ ਇੱਥੇ ਆਉਂਦੇ ਆ ਕਿ ਚੋਰ ਆਉਂਦੇ ਨੇ ਕਿ ਡਾਕੂ ਆਉਂਦੇ ਨੇ। ਸਾਨੂੰ ਤਾਂ ਇੰਨਾ ਹੀ ਪਤਾ ਵੀ ਇੱਥੇ ਗੁਰੂ ਨਾਨਕ ਸਾਹਿਬ ਆ ਰਹੇ ਨੇ ਅਨੇਕਾਂ ਰੂਪਾਂ ਦੇ ਅੰਦਰ ਪ੍ਰਸ਼ਾਦਾ ਛਕਣ ਵਾਸਤੇ, ਤੇ ਅਸੀਂ ਚਰਨਾਂ ਦੀ ਧੂੜ ਮੱਥੇ ਨਾਲ ਲਾਉਂਦੇ ਹਾਂ ਕਿ ਤੁਹਾਨੂੰ ਗੁਰੂ ਨਾਨਕ ਪਾਤਸ਼ਾਹ ਇੰਨਿਆਂ ਰੂਪਾਂ 'ਚ ਅੱਜ ਤੈਂ ਦਰਸ਼ਨ ਦਿੱਤਾ। ਕਹਿਣ ਲੱਗੇ ਗੁਰੂ ਨਾਨਕ ਦਾ ਲੰਗਰ ਹੈ, ਸਾਰਿਆਂ ਦਾ ਸੰਗ ਹੈ। ਦੇਖਿਓ ਕਿਤੇ ਤੁਹਾਡੇ ਮਨਾਂ 'ਚ ਤਰਕ ਆ ਜਾਵੇ ਵੀ ਉਹਨਾਂ ਨੂੰ ਪ੍ਰਸ਼ਾਦਾ ਨਹੀਂ ਛਕਾਉਣਾ। ਕਿੱਡੀ ਬੜੀ ਦੇਣ ਹੈ ਮਹਾਂਪੁਰਸ਼ਾਂ ਦੀ। ਸਾਡੇ ਜੀਵਨ ਨੂੰ ਕਿੰਨੀ ਸੇਧ ਮਿਲਦੀ ਹੈ ਇਸ ਤੋਂ। ਬਾਬਾ ਮਹਾਰਾਜ ਸਿੰਘ ਜੀ ਜਦੋਂ ਸਿੱਖ ਰਾਜ ਦਾ ਸੂਰਜ ਡੁੱਬ ਗਿਆ, ਉਹ ਡੁੱਬਦੇ ਸੂਰਜ ਨੂੰ ਹੱਥ ਦੇਣ ਦੀ ਕੋਸ਼ਿਸ਼ ਕਰਦੇ ਆ ਵੀ ਹੋਰ ਚਮਕ ਪਵੇ, ਮੁੜ ਕੇ ਮਰਿਆ ਹੋਇਆ ਜੀਵਨ ਜਿਉਂਦਾ ਹੋਵੇ। ਅੰਗਰੇਜ਼ ਦੇ ਨਾਲ ਵਾਹ ਪਿਆ 4 ਸਾਲ। ਅੰਗਰੇਜ਼ ਨੂੰ ਇਹ ਹੋਸ਼ ਨਹੀਂ ਆਈ ਵੀ ਇੱਕ ਸਾਧ ਨੂੰ ਅਸੀਂ ਕਿਵੇਂ ਕਾਬੂ ਕਰੀਏ। ਬਾਬਾ ਜੀ ਰੱਖਦੇ ਕੀ ਸੀ? ਹੁਣ ਤਾਂ ਜਿਹੜੀ ਤਸਵੀਰ ਬਣੀ ਹੋਈ ਹੈ ਉਹ ਹੋਰ ਤਰ੍ਹਾਂ ਦੀ ਹੈ, ਲੇਕਿਨ ਉਸ ਵੇਲੇ ਦੇ ਸਮਕਾਲੀਆਂ ਨੇ ਲਿਖਿਆ ਕਿ ਬਾਬਾ ਜੀ ਇੱਕ ਕੰਬਲੀ ਦਾ ਝੁੰਬ ਮਾਰ ਕੇ ਸਿਉਂਤਾ ਹੋਇਆ ਝੁੰਬ ਸਿਰ ਦੇ ਉੱਤੇ ਲੈ ਲੈਂਦੇ ਸੀ ਤੇ ਲੱਕ ਦੇ ਉੱਤੇ ਕਮਰ ਕਸਾ ਕਰ ਲੈਂਦੇ ਸੀ, ਪੈਰਾਂ ਦੇ ਵਿੱਚ ਨਹੀਂ ਸੀ ਕੁਝ ਪਾਉਂਦੇ ਹੁੰਦੇ। ਇੱਕ ਮਸਤ ਸਾਧੂ ਸੀ, ਇੱਕ ਮਸਤ ਸਾਧੂ ਨੇ ਅੰਗਰੇਜ਼ ਦੇ ਪੈਰ ਨਹੀਂ ਲੱਗਣ ਦਿੱਤੇ 4 ਸਾਲ। ਕਰਿਆ ਕੀ ਉਹਨਾਂ ਨੇ? ਅਸੀਂ ਯੁੱਧ ਕਹਿਣ ਲੈਂਦੇ ਹਾਂ। ਆ ਪੁਸਤਕ ਲਿਖੀ ਸੀ, ਮੈਂ ਉਹਨਾਂ ਨੂੰ ਚਿੱਠੀ ਲਿਖੀ ਸੀ ਵੀ ਇਹ ਤੁਸੀਂ ਇੱਕ ਪੱਖ ਉਹਨਾਂ ਦਾ ਲਿਖਿਆ ਹੈ, ਠੀਕ ਹੈ ਯੁੱਧ ਕਰਿਆ ਉਹਨਾਂ ਨੇ, ਪਰ ਸੰਤਾਂ ਦੇ ਤਾਂ ਬੇਅੰਤ ਹੋਰ ਪੱਖ ਹੁੰਦੇ ਨੇ, ਉਹ ਪੱਖ ਦਰਸਾਓ ਤੁਸੀਂ, ਕਿਉਂਕਿ ਇਹਦੇ ਵਿੱਚੋਂ ਸਾਨੂੰ ਪ੍ਰੇਰਨਾ ਕੋਈ ਮਿਲਦੀ ਨਹੀਂ, ਰੂਹਾਨੀ ਪ੍ਰੇਰਨਾ। ਸਾਨੂੰ ਜੋ ਪ੍ਰੇਰਨਾ ਮਿਲਣੀ ਹੈ ਉਹਨਾਂ ਦੇ ਦੂਜੇ ਜੀਵਨ ਦੇ ਪੱਖਾਂ 'ਚੋਂ ਮਿਲਣੀ। ਤੇ ਉਹਨਾਂ ਨੇ ਕਰਿਆ ਕੀ? ਕਰਿਆ ਇਹ ਕਿ ਉਸ ਵੇਲੇ ਇਤਿਹਾਸਕਾਰ ਇਹ ਲਿਖਦੇ ਨੇ ਵੀ ਸਿੱਖਾਂ ਦੀ ਆਬਾਦੀ 1 ਕਰੋੜ 10 ਲੱਖ ਸੀਗੀ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ। ਤੇ 1951 ਦੇ ਵਿੱਚ ਜਿਹੜੀ ਮਰਦਮਸ਼ੁਮਾਰੀ ਹੋਈ ਉਹਦੇ 'ਚ ਸਿੱਖਾਂ ਦੀ ਗਿਣਤੀ 12 ਲੱਖ ਰਹਿ ਗਈ। ਇੱਕ ਹੋਰ ਲਿਖਿਆ ਇੱਕ ਥਾਂ ਦੇ ਉੱਤੇ ਕਿ 88 ਲੱਖ ਸਿੱਖ ਸੀ ਤੇ 76 ਲੱਖ ਸਿੱਖ 4 ਸਾਲ ਦੇ ਅੰਦਰ ਡਾਊਨ ਹੋ ਕੇ ਸਿਰਫ 12 ਲੱਖ ਨੇ ਲਿਖਾਇਆ ਕਿ ਮੈਂ ਸਿੱਖ ਹਾਂ। ਉਹ ਵੀ ਬਾਬਾ ਜੀ ਦਿਨ ਰਾਤ ਤੁਰੇ ਫਿਰਦੇ ਰਹੇ, ਸਮਝਾਉਂਦੇ ਰਹੇ ਡੋਲਿਓ ਨਾ ਸਾਧ ਸੰਗਤ ਜੀ, ਪਿਆਰਿਓ ਡੋਲਿਓ ਨਾ, ਗੁਰੂ ਮਹਾਰਾਜ ਦੀ ਸਿੱਖੀ ਨਹੀਂ ਛੱਡਣੀ। ਫਿਰ ਬਾਬਾ ਰਾਮ ਸਿੰਘ ਜੀ ਹੋਏ ਨਾਮਧਾਰੀ, ਉਹਨਾਂ ਨੇ ਬਹੁਤ ਜ਼ਿਆਦਾ ਮਿਹਨਤ ਕਰੀ ਹੈ। ਉਹ ਇੱਕ ਐਸਾ ਜੀਵਨ ਹੈ ਜਿਸ ਦੇ ਨਾਲ ਵੱਡੀ ਭਾਰੀ ਬੇਇਨਸਾਫੀ ਹੋਈ ਹੈ। 2 ਜੀਵਨ ਨੇ ਸਿੱਖ ਇਤਿਹਾਸ ਦੇ ਅੰਦਰ। ਦੁਨੀਆ ਦੇ ਇਤਿਹਾਸ ਦੇ ਅੰਦਰ ਗੁਰੂ 10ਵੇਂ ਪਾਤਸ਼ਾਹ ਦਾ ਜੀਵਨ ਹੈ ਕਿ ਇਤਿਹਾਸਕਾਰਾਂ ਨੇ ਐਡੀ ਬੜੀ ਗਲਤੀ ਕਰਕੇ ਇਹੀਆਂ ਜਿਹੀਆਂ ਗੱਲਾਂ ਲਿਖ ਦਿੱਤੀਆਂ ਕਿ ਉਹਨਾਂ ਨੂੰ ਸਮਝਣ ਦਾ ਯਤਨ ਨਹੀਂ ਕਰਿਆ, ਕਿਉਂਕਿ ਉਹਨਾਂ ਦਾ ਬਹੁਪੱਖੀ ਜੀਵਨ ਸੀ। ਤੇ 2 ਵੱਡੇ ਮਹਾਂਪੁਰਸ਼ ਹੋਏ ਨੇ ਜਿਨ੍ਹਾਂ ਨੂੰ ਸਮਝਿਆ ਨਹੀਂ। ਇੱਕ ਤਾਂ ਬੰਦਾ ਬਹਾਦਰ ਹੈ, ਉਹਨੂੰ ਅਸੀਂ ਆਪੇ ਹੀ ਬਣਾ ਦਿੱਤਾ। ਉਹ ਦੁਸ਼ਮਣ ਦੀ ਚਾਲ ਵਿੱਚ ਆ ਗਏ, ਦੁਸ਼ਮਣ ਨੇ ਪ੍ਰੋਪੇਗੰਡਾ ਸ਼ੁਰੂ ਕਰਤਾ, ਅਸੀਂ ਨਾਲ ਰਲ ਗਏ। ਜਿਸ ਤਰ੍ਹਾਂ ਦੇ ਨਾਲ ਮਾਤਾ ਗੁਜਰੀ ਨੂੰ ਕਹਿ ਦਿੰਦੇ ਨੇ ਕਿ ਉਹਨਾਂ ਨੇ ਛਾਲ ਮਾਰੀ ਜੀ ਬੁਰਜ ਤੋਂ, ਕਮਲਿਆਂ ਅਸੀਂ ਵੀ ਇਹ ਗੱਲ ਮੰਨ ਲਾਂਗੇ। ਉਹ ਤਾਂ ਪੂਰਨ ਯੋਗੀ ਸੀ। ਸਾਡੇ ਇਤਿਹਾਸਕਾਰ ਲਿਖਦੇ ਨੇ ਜੀ ਹਾਰਟ ਫੇਲ ਹੋ ਗਿਆ, ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਦਾ ਹਾਰਟ ਫੇਲ ਹੋ ਗਿਆ। ਇਹੀਆਂ ਜਿਹੀਆਂ ਅਣਜਾਣ ਗੱਲਾਂ ਲਿਖਦੇ ਨੇ। ਇਸੇ ਤਰ੍ਹਾਂ ਬਾਬਾ ਰਾਮ ਸਿੰਘ ਜੀ ਨੂੰ, ਉਹਨਾਂ ਨੇ ਉਸ ਵੇਲੇ ਸਿੱਖੀ ਦਾ ਪ੍ਰਚਾਰ ਸਭ ਤੋਂ ਵੱਧ ਕੀਤਾ। ਅੰਗਰੇਜ਼ ਦੀ ਚਾਲ ਵਿੱਚ ਆ ਗਏ, ਅੱਜ ਤਾਈਂ ਨਹੀਂ ਅਸੀਂ ਉਹਨਾਂ ਦਾ ਖਹਿੜਾ ਛੱਡਦੇ, ਨੇੜੇ ਨਹੀਂ ਲੱਗਦੇ। ਉਸ ਮਹਾਂਪੁਰਸ਼ ਦੇ ਜੀਵਨ ਦੇ ਉੱਤੇ ਸਾਨੂੰ ਕੋਈ ਤਰਸ ਨਹੀਂ ਆ ਰਿਹਾ। ਸੋ ਇਸ ਤਰ੍ਹਾਂ ਬਾਬਾ ਮਹਾਰਾਜ ਸਿੰਘ ਜੀ ਨੇ ਸਿੱਖੀ ਨੂੰ ਬਚਾਇਆ। ਬਾਬਾ ਰਾਮ ਸਿੰਘ ਜੀ ਨੂੰ ਹੁਕਮ ਹੋ ਗਿਆ ਕਿ ਅੰਗਰੇਜ਼ ਦੇ ਸਾਹਮਣੇ ਨਹੀਂ ਆਉਣਾ, 1 ਰਾਤ ਤੋਂ ਵੱਧ ਕਿਤੇ ਰਹਿਣਾ ਨਹੀਂ ਹੈ। ਤੇ ਆਪ ਨੇ ਘਰ ਘਰ ਜਾ ਕੇ, ਥਾਂ ਥਾਂ ਜਾ ਕੇ ਸਿੱਖੀ ਨੂੰ ਪ੍ਰਫੁੱਲਤ ਰੱਖਿਆ, ਚੜ੍ਹਦੀ ਕਲਾ 'ਚ ਰੱਖਿਆ ਖਾਲਸਾ। ਤੇ ਆਪ ਨੂੰ ਹੁਕਮ ਸੀ ਕਿ ਫੌਜਾਂ 'ਚ ਪ੍ਰਚਾਰ ਕਰੋ, ਫੌਜ ਵਾਲੇ ਨਾ ਕਿਤੇ ਗਿਰ ਜਾਣ। ਜੇ ਫੌਜ ਸਾਡੀ ਕਾਇਮ ਰਹਿ ਗਈ ਸਭ ਕੁਝ ਕਾਇਮ ਰਹਿ ਜਾਏਗਾ। ਜਿੰਨੇ ਮਹਾਤਮਾ ਹੋਏ ਸਭ ਫੌਜ 'ਚੋਂ ਹੋਏ। ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ, ਜਿਨ੍ਹਾਂ ਦਾ ਜਨਮ 1883 ਵਿਕਰਮੀ ਸੋਮਵਾਰ ਦੀ ਪੁੰਨਿਆ ਹਾੜ ਦੀ ਨੂੰ ਪਿੰਡ ਕਾਜ਼ੀਆਂ ਵਿੱਚ ਰਾਵਲਪਿੰਡੀ ਜ਼ਿਲ੍ਹੇ 'ਚ ਹੋਇਆ।
30 ਮੀਲ ਰਾਵਲਪਿੰਡੀ ਤੋਂ ਆਪ ਦਾ ਘਰ ਸੀਗਾ। ਆਪ ਫੌਜ ਦੀ ਨੌਕਰੀ 'ਚ ਆ ਗਏ 1957 ਦੇ ਵਿੱਚ, ਜਦੋਂ ਆਪ 19 ਸਾਲ ਦੇ ਸੀ। ਅੱਜ ਦਿੱਲੀ ਦੀ ਲੁੱਟ ਮੱਚੀ ਹੋਈ ਹੈ, ਜਿਹਨੂੰ ਗਦਰ ਕਹਿੰਦੇ ਨੇ, ਮਿਊਟਨੀ ਕਹਿੰਦੇ ਨੇ। ਉਹਦੇ ਵਿੱਚ ਹੁਕਮ ਦੇਤਾ ਅੰਗਰੇਜ਼ ਨੇ ਵੀ ਲੁੱਟ ਲਓ, ਜੋ ਕੁਛ ਲੁੱਟਿਆ ਜਾਂਦਾ, ਔਰਤਾਂ ਲੁੱਟ ਲਓ, ਪੈਸੇ ਲੁੱਟ ਲਓ, ਜੋ ਕਰਨਾ ਤੁਹਾਨੂੰ ਸਭ ਮਾਫ। ਉਸ ਵੇਲੇ ਬਾਬਾ ਜੀ ਕੀ ਕਰ ਰਹੇ ਨੇ? ਇੱਕ ਘਰ ਦੇ ਅੱਗੇ ਖੜੇ ਨੇ, ਪਹਿਰਾ ਦੇ ਰਹੇ ਨੇ। ਪਹਿਰਾ ਦਿੰਦੇ ਨਾਲ ਦੇ ਸਾਥੀ ਆਏ, ਕਹਿੰਦੇ ਬਾਬਾ ਕਰਮ ਸਿੰਘ ਆ ਪੁਸ਼ਤਾਂ ਦੀਆਂ ਰੋਟੀਆਂ ਕਮਾ ਲੈ, ਕਿਉਂ ਸੁਸਤ ਹੋਇਆ ਕੜੇ? ਲੁੱਟ ਮੱਚੀ ਹੋਈ ਹੈ, ਤੂੰ ਵੀ ਕੁਛ ਲੁੱਟ ਲੈ, ਚੱਕ ਲੈ ਕੁਛ। ਉਸ ਵੇਲੇ ਬਾਬਾ ਜੀ ਕਹਿਣ ਲੱਗੇ, ਪ੍ਰੇਮੀਓ, ਜੋ ਕੁਛ ਮੈਂ ਲੁੱਟ ਰਿਹਾ ਉਹ ਤੁਹਾਨੂੰ ਪਤਾ ਨਹੀਂ ਹੈ। ਮੈਂ ਤਾਂ ਉਹ ਲੁੱਟ ਰਿਹਾ ਜਿਸ ਦੀ ਕੋਈ ਕੀਮਤ ਹੀ ਨਹੀਂ ਹੈ। ਲੁੱਟ ਲੁੱਟ ਲੋ ਨਸੀਬਾਂ ਵਾਲੇ ਬੰਦਿਓ, ਲੁੱਟ ਪੈ ਗਈ ਰਾਮ ਨਾਮ ਦੀ। ਲੁੱਟ ਲੋ ਨਸੀਬਾਂ ਵਾਲੇ ਬੰਦਿਓ, ਲੁੱਟ ਪੈ ਗਈ ਰਾਮ ਨਾਮ ਲੁੱਟ ਰਿਹਾ ਜਿਸ ਲੁੱਟ ਦਾ ਲੁੱਟਣ ਤੋਂ ਬਾਅਦ ਕੋਈ ਮੁੱਲ ਨਹੀਂ ਹੋਏਗਾ। ਮੈਂ ਹੀ ਨਹੀਂ ਖਾਵਾਂਗਾ, ਲੱਖਾਂ ਕਰੋੜਾਂ ਲੋਕ ਇਸ ਤੋਂ ਬਰਸਾਏ ਜਾਣਗੇ ਜਿਹੜੀ ਲੁੱਟ ਅਸੀਂ ਲੁੱਟ ਰਹੇ। ਉਹ ਹੈ ਨਾਮ ਦੀ ਲੁੱਟ। ਇਹ ਮੈਂ ਆਪਣੇ ਕੋਲ ਨਹੀਂ ਰੱਖਣੀ, ਵੰਡੂੰਗਾ। 101 ਵਰਮ ਗਿਆਨੀ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਤੋਂ ਅੱਗੇ ਚਲੇ। 101 ਮਹਾਰਾਜ ਜੀ ਦੱਸਿਆ ਕਰਦੇ ਸੀ ਕਿ ਉਹਨਾਂ ਤੋਂ 101 ਬ੍ਰਹਮ ਗਿਆਨੀ ਹੋਇਆ। ਨਾਂ ਵੀ ਲਿਆ ਕਰਦੇ ਸੀ, ਫਲਾਣੇ ਹੋਏ, ਫਲਾਣੇ ਹੋਏ, ਫਲਾਣੇ ਹੋਏ। ਉਹ ਸਾਡੀ ਗਫਲਤ ਹੈ ਕਿ ਅਸੀਂ ਨਾ ਸਾਂਭ ਸਕੇ ਉਸ ਗੱਲ ਨੂੰ, ਨਾ ਲਿਖ ਸਕੇ। ਗੱਲ ਗੁਆਚ ਜਾਂਦੀ ਹੈ ਜੇ ਮਹਾਂਪੁਰਸ਼ਾਂ ਦੇ ਬਚਨਾਂ ਨੂੰ ਰਿਕਾਰਡ ਨਾ ਕਰੋ, ਲਿਖੋ ਨਾ। ਆਪ ਖੜੇ ਨੇ, ਆਪ ਦੇ ਨਾਲ ਬਾਬਾ ਲਾਲ ਸਿੰਘ ਜੀ, ਉਹ ਵੀ ਆਪ ਦੇ ਸਾਥੀ ਇਕੱਠੇ ਰਹਿੰਦੇ ਨੇ। ਤੇ ਕੀ ਦੇਖਦੇ ਨੇ? ਅੱਗੇ ਘਰ ਜਲ ਰਿਹਾ ਹੈ, ਇੱਕ ਮਾਈ ਹੱਥ ਜੋੜੀ ਖੜੀ ਹੈ, ਅੱਖਾਂ ਚੋਂ ਹੰਝੂ ਜਾਂਦੇ ਨੇ। ਉੱਚੀ ਉੱਚੀ ਕਹਿੰਦੀ ਹੈ, ਹੇ ਪ੍ਰਭੂ, ਤੈਂ ਪ੍ਰਹਲਾਦ ਨੂੰ ਰੱਖਿਆ। ਪ੍ਰਹਲਾਦ ਨੇ ਇੱਕ ਬਿੱਲੀ ਦੇਖੀ ਆਵੇ ਦੇ ਵਿੱਚ, ਜਲਦੇ ਆਵੇ ਦੇ ਵਿੱਚ, ਉਹ ਭਾਂਡਿਆਂ ਦੇ ਵਿੱਚ ਉਹਦੇ ਬੱਚੇ ਬੰਦ ਨੇ ਤੇ ਉਹ ਅਰਦਾਸ ਕਰਦੇ ਨੇ ਵੀ ਹੇ ਰਾਮ, ਤੂੰ ਤੇਰੇ ਬਗੈਰ ਹੁਣ ਇਸ ਅੱਗ ਚੋਂ ਰੱਖਣ ਵਾਲਾ ਕੋਈ। ਉਹ ਮਾਈ ਵੀ ਅਰਦਾਸ ਕਰਦੀ ਹੈ, ਹੇ ਪ੍ਰਭੂ, ਇਸ ਵੇਲੇ ਕੋਈ ਨਹੀਂ ਹੈ। ਅਰਦਾਸ ਕਰਦੀ ਹੈ ਗੁਰੂ ਅਮਰਦਾਸ ਮਹਾਰਾਜ ਦਾ ਨਾਮ ਲੈ ਕੇ, ਹੇ ਗੁਰੂ ਅਮਰਦਾਸ, ਮੈਂ ਵੀ ਭੱਲਿਆਂ ਦੀ ਧੀ, ਤੂੰ ਵੀ ਭੱਲਿਆਂ ਦਾ, ਕੁਛ ਤਾਂ ਲਿਹਾਜ਼ ਮੇਰੀ ਕਰੇਂਗਾ ਹੀ, ਤੇ ਕਿਰਪਾ ਕਰ ਮੇਰੇ ਪੁੱਤਰ ਨੂੰ ਜੋ ਅੱਗ ਦੇ ਵਿੱਚ ਘਿਰ ਗਿਆ, ਤੇਤੇ ਬਗੈਰ ਕੋਈ ਰੱਖਣ ਵਾਲਾ ਨਹੀਂ। ਬਾਬਾ ਜੀ ਜਦੋਂ ਕੋਲ ਦੀ ਲੰਘੇ, ਮਾਤਾ ਦਾ ਵਿਲਾਪ ਸੁਣਿਆ, ਰੁਕ ਗਏ ਸੰਤ ਲਾਲ ਸਿੰਘ ਤੇ ਦੋਏ ਜਣ। ਅਜੇ ਸੰਤ ਨਹੀਂ ਸੀ, ਸਿਪਾਹੀ ਸੀਗੇ। ਕਹਿੰਦਾ ਲਾਲ ਸਿੰਘ, ਮਾਤਾ ਰੋ ਰਹੀ ਹੈ। ਮਾਤਾ ਕੀ ਗੱਲ ਹੈ? ਕਹਿੰਦੇ ਪੁੱਤਰ, ਇੱਕੋ ਇੱਕ ਮੇਰਾ ਪੁੱਤਰ ਹੈ ਤੇ ਅੱਗ ਦੇ ਵਿੱਚ ਘਿਰ ਗਿਆ, ਉਹ ਚੁਬਾਰੇ 'ਚ ਸੁੱਤਾ ਪਿਆ। ਅੱਗ ਲਾਟਾਂ ਚੜ੍ਹ ਰਹੀਆਂ ਨੇ। ਪਲ ਘੜੀ ਨੂੰ, ਥੋੜੀ ਦੇਰ ਨੂੰ, 2 ਮਿੰਟ ਜੇ ਨਾ ਕੱਢਿਆ ਗਿਆ, ਬੱਚਾ ਮੇਰਾ ਜਲ ਜਾਏਗਾ। ਉਸੇ ਵੇਲੇ ਬਾਬਾ ਜੀ ਨੇ ਇੱਕ ਨੇੜੇ ਦੀ ਪੌੜੀ ਚੱਕੀ। ਲਾਲ ਸਿੰਘ ਹੋਣੀ ਕਹਿਣ ਲੱਗੇ, ਬਾਬਾ ਜੀ ਅੱਗ ਬਹੁਤ ਜ਼ੋਰ ਦੀ ਹੈ। ਕਹਿੰਦੇ ਪਿਆਰਿਆ, ਅੱਗ ਹੋਵੇ ਚਾਹੇ ਨਾ ਹੋਵੇ,
अपने गुरु का हुक्म है कि अपना शरीर जिहड़ा है ये सेवा विच ला देना। कला झाड़ू देना ही सेवा नहीं है, यह भी हुण सेवा का मैदान खुलिया है। जवारे की बारी थे ही चढ़ गए। पहला बाबा जी ने एक ट्रंक देखा कीमती चीज़ों का, चक के हेठां सिटिया भी माई खाऊ कि जे घर पै गया, घर जल गया। बच्चे नूं पिछले पासे कपड़े दे विच बंद किया, बन्निया होया ते पिठ ते रख के उतर रहे। वो माई इन्नी प्रभावित हुई कि उस वेले कहती पुत्रो तुसीं ठहर जाओ, मेरे अंदर एक बड़ी जबरदस्त आवाज़ उठ रही है ते मेरी भावना तुसीं लैके जाओ। उस वेले गई केसर लियांदा, केसर का टिक्का लिया बाबा जी ते संत लाल सिंह दे मत्थे ते ला के कहन लगी तुसीं मैनू जिस विपता चों बचाया है, एक दिन आएगा जदों संसार दे विच तुसीं इह सूरज तो भी वध चमकोगे। तुसीं मेरियां अंदरां नूं ठारिया है ते तुहानूं परमेश्वर हद तो ज़्यादा बख्शिशां देगा। एक माई की अरदास है, एक माँ की अरदास है। अगे गए तो की देखते हैं, एक मंदिर है, भीड़ आले दुआले इकट्ठी हुई है, कोई अंदर नहीं बढ़ रहा, अग लगी हुई है। बाबा जी कहते की गल तुसीं इस तरह खड़े हो? कहन लगे संत ने अंदर, बिरध ने, हिल नहीं सकते ते वो जल जाणगे जे हुण कुछ ना किया गया। बाबा जी उस वेले एकदम झुंब मारिया, कंबल का विच वड़ गए, जाके पिठ ते लद के रख के साधु नूं बाहर कढ़ लिया, मंजे ते बिठा दिता। पूर्ण ज्ञानवान, पूर्ण योगी महात्मा सी। वो कहने लगा बाबा दे तो मेरी नाशवंत है, इन्हें जाना ही जाना सी, पर तैं एक उपकार किया बड़ा जबरदस्त जिसका मैं बदला देना चाहना। बाबा जी कहते बदले की सानू लोड़ नहीं है संत जी, असी कोई एहसान नहीं करिया, असी तो अपना फर्ज पूरा करिया है, क्योंकि साडे सतगुरु जी इस तरह नाल फरमान करते हैं। परोपकारी जी गुरमुख प्यारा, गुरमुख प्यारा, परोपकारी गुरमुख प्यारा, पर उपकार उमाहा। जिवें चश्मा चलता हुंदा है, ऐ जिन्हें हर थां दे उत्ते परमेश्वर नूं देख लिया, हर घट च व्यापक देख लिया, उहदे वास्ते गैर कोई नहीं रहा करता। सारी सृष्टि अपनी हो जाती है, कोई गैर नहीं रहिंदा, ना कोई माड़ा ना कोई चंगा। महाराज कहते मन मेरे जिन अपना भरम गवाता, तिसदे पाने कोए ना भुला, जिन सगलो बरम पछाता। जदों बरम की पछाण हो गई फिर माड़ा किनू कहिए भाई? कौन माड़ा है संसार के अंदर? ना कोई मूर्ख ना कोई सियाणा, सब कुछ बरता है तिसका पान। तो इस तरह के नाल आपने कहन लगे महापुरुषो मैं कोई बदला नहीं लेना। कहते
ਬਾਬਾ ਕਰਮ ਸਿੰਘਾ, ਇੱਕ ਦਿਨ ਤੂੰ ਜਹਾਨ ਦੇ ਅੰਦਰ ਚਮਕੇਗਾ, ਤੇਰੀ ਇੰਨੀ ਸੁਗੰਧੀ ਫੈਲੇਗੀ ਕਿ ਬੜੇ ਬੜੇ ਅਵਤਾਰ ਤੇਰੇ ਕੋਲ ਆ ਕੇ ਸੁਗੰਧੀਆਂ ਲੈ ਕੇ ਜਾਣਗੇ ਤੇ ਦੁਨੀਆ ਨੂੰ ਮਹਿਕਾਉਣਗੇ। ਤੇ ਮੈਂ ਕੀ ਕਰਾਂਗਾ? ਮੈਂ ਤੈਨੂੰ ਦੇਣ ਜੋਗਾ ਨਹੀਂ, ਇਸ ਵੇਲੇ ਕੁਛ ਨਹੀਂ ਦੇਣਾ। ਅਗਲਾ ਜਨਮ ਸਾਰਾ ਤੇਰੇ ਚਰਨਾਂ ਦੇ ਉੱਤੋਂ ਨਿਸ਼ਾਵਰ ਕਰੂੰਗਾ। ਅੱਜ ਜਿਹੜਾ ਤਾਂ ਮੈਨੂੰ ਅੱਗ ਚੋਂ ਕੱਢਿਆ, ਤੇ ਉਹ ਬਾਬਾ ਆਇਆ ਸਿੰਘ ਜੀ ਹੋ ਕੇ ਆਏ, ਪੂਰਨ ਬ੍ਰਹਮ ਗਿਆਨੀ ਬਾਬਾ ਆਇਆ ਸਿੰਘ। ਸਮਾਨ ਦ੍ਰਿਸ਼ਟੀ ਜੋ ਗੁਰੂ ਮਹਾਰਾਜ ਨੇ ਫਰਮਾਨ ਕੀਤੀ ਹੈ, ਚੋਰ ਸਾਧ ਨੂੰ ਬ੍ਰਹਮ ਰੂਪ ਜਾਣ ਕੇ ਦ੍ਰਿਸ਼ਟੀ ਵੀ ਸਮਾਨ ਰੱਖਦੇ, ਸਾਧ ਨੂੰ ਬ੍ਰਹਮ ਰੂਪ ਜਾਣ ਕੇ ਦ੍ਰਿਸ਼ਟੀ ਵੀ ਸਮਾਨ ਰੱਖਦੇ। जैसे राज रंग को लागै कुल को। बाबा जी के डेरे तो चोरां ने आके सारे ही पशु खोल ले। जदों पार होने लगे सरहद, उस वेले मिलिटरी वालियां जिहड़े रोज आया करते सी, पछाण लिया कि बाबा जी दीयां गऊआं लई जांदे ने चोर। चोरां दीयां मुश्कां दे लियां, गऊआं पिछे नूं मोड़ लिया। इधरले पासे बाबा जी नूं आके कहा, कहंदे बाबा जी रात तां गऊआं सारियां ही चोर लै गए, कहंदे कुछ बचिया भी है, कहंदे बछरू खड़े ने। कहंदे प्रेमियों मावां तो अड हो के ये रोणगे कुर्लाणगे, आपां की करने ने, खुराक देखो मगर मगर इन्हां नूं लै जाओ, उन्हां नूं जाके दे आओ। उधरले पासों वो आ गए, उधरले पासों ये आ गए, ते अखीर डेरे आ जांदे। बड़ी वड्डी बात है साडे वास्ते। दुनिया कुछ करे लेकिन जिस थां दे उत्ते असीं लोग खड़े हां, साडे वास्ते चानण मनारे दीयां गल्लां ने। बहुत औखियां ने कमाउणियां साध संगत जी। गल्ले होर है, जिन्ना चिर ये गल्लां साडे च आउंदियां नहीं है, असीं उन्हां महापुरुषां दीयां कथावां तां करदे हां, पर साडे विच भी ये चीज़ां कोशिश अरदास च रहीए भी सच्चे पातशाह ये बुद्धि सानूं भी बख्श। ये बुद्धि उस वेले बख्शी जाती है जदों पंजां परमां दा नाश हो के परमेश्वर सृष्टि सारी परमेश्वर का रूप दसन लग जाती है। फिर कोई चोर कोई साध नहीं जाता, चोर साध सब बरम पछाण। बाबा जी कोल आ गए, पुलिस वाले आ गए, कहते तुहाडे पशु चोरी कर ले, ये तुहाडे हैं बाबा जी, बयान दो। बाबा जी कहते ना साडे नहीं भाई। किहदे ने? कहते किसी दे फालतू ने, वो खुल्लियां ते बन गए ने, इत्थे साडे कोल भी बन जांदे ने। मैं जदों उन्हें कहते जी फलाने पिंड तो बन गए, मैं अच्छा चंगा सेवा करो भाई, चंगा माड़ा नहीं देखना साडा काम, ठीक है जिहड़ा आ गया आ गया। कहते भाई जी ना को वाधू सी बन गए, लोड़वंद सीगे लै गए, इन्हां नूं छड्ड दो, तुसीं काहनूं इन्हां नूं चोर बनाया, लोड़वंद सीगे। हुण पशु खोल के छड्डण सिंह नाल भेजते भी जाओ सरहद नंगाया। वो सरहद नंगा के आउंदे ने, ऐसा महाराज ने उन्हां दे मनां दे विच कुछ चानना कीता, कहंदे ओ तरकार है सन, असीं कित्थे जाके दोज़ख दे विच सड़ांगे। एक दरवेश दे आश्रम तो असीं गऊंगा कढ़ लिया, किन्नियां ने इहदे विच दुध पीने सी, किन्नियां काम चलदा सी, मुड़ के फेर आ गए। बाबा जी कहंदे की गल तुसीं लैके नहीं जांदे? कहंदे ना महाराज, साडे अंदर तां तुसीं ओह प्रकाश कर दिता जिहड़ा सारी जिंदगी आए नहीं सी सकदा। असीं बड़े खून खार चोर सी, डाकू सीगे,
ਪਰ ਅੱਜ ਇੱਕ ਸਮਝ ਸਾਡੇ ਅੰਦਰ ਉਦਾ ਹੋਈ ਹੈ, ਸਾਨੂੰ ਮਰੀਦ ਬਣਾ ਲਓ ਆਪਣੇ, ਸਾਨੂੰ ਵੀ ਉਹ ਚੀਜ਼ ਦੇ ਦਿਓ ਜਿਹਦੇ ਵਿੱਚ ਇਹ ਗਿਆਨ ਆ ਜਾਵੇ, ਜਿਹਾ ਜਿਹਾ ਵਰਤਾਓ ਤੁਸੀਂ ਕਰਿਆ ਅਸੀਂ ਵੀ ਲੋਕ ਦੂਜਿਆਂ ਨਾਲ ਇਹੋ ਜਿਹਾ ਵਰਤਾਓ ਕਰ ਸਕੀਏ। ਬਾਬਾ ਜੀ ਕਹਿੰਦੇ ਚੰਗਾ ਕੋਈ ਗੱਲ ਨਹੀਂ, ਅੱਲਾਹ ਤਾਲਾ ਦੀ ਤੁਹਾਡੇ ਉੱਤੇ ਵੀ ਕਿਰਪਾ ਹੋਏਗੀ ਤੇ ਤੁਸੀਂ ਐਂ ਕਰੋ, ਬੱਚੇ ਭੁੱਖੇ ਨੇ, 20 ਸੇਰ ਚੌਲ ਲੈ ਜਾਓ, ਸਤ ਵੰਡਾਂ ਬੰਨ ਦਿੱਤੀਆਂ ਗਈਆਂ, ਸਿਰ ਤੇ ਰੱਖ ਲਈ। ਸੋ ਉਹ ਬਾਬਾ ਆਇਆ ਸਿੰਘ ਜੀ ਜਿਹੜਾ ਕੱਢੇ ਗਏ ਸੀਗੇ ਉਹਦੇ ਵਿੱਚੋਂ, ਅੱਗ ਦੇ ਵਿੱਚੋਂ, ਸਾਰੀ ਜ਼ਿੰਦਗੀ ਆਪਨੇ ਸੇਵਾ ਕੀਤੀ ਇੱਥੇ ਆ। ਸੋ ਇਸ ਤਰ੍ਹਾਂ ਮਹਾਂਪੁਰਸ਼ਾਂ ਦੀਆਂ ਜਿੰਨੀਆਂ ਵੀ ਕਥਾਵਾਂ ਕਰੀ ਜਾਓ ਮੁੱਕਦੀਆਂ ਨਹੀਂ। ਜਿਵੇਂ ਸੰਤ ਕਹਿੰਦੇ ਸੀ ਵੀ ਬੇਅੰਤ ਬੋਲਣ ਨੂੰ ਟਾਈਮ ਚਾਹੀਦਾ, ਟਾਈਮ ਤਾਂ ਸਮਝ ਲਓ ਵੀ ਇਹ ਤਾਂ ਰੁਕਦਾ ਨਹੀਂ ਹੈ, ਮੇਰੇ ਸਾਹਮਣੇ ਵੀ ਨੱਠਿਆ ਹੀ ਜਾ ਰਹੀ ਤੇ ਜਿਹੜਾ ਕੁਝ ਮੈਂ ਕਹਿਣਾ ਚਾਹੁੰਦਾ ਮੈਂ ਕਹਿ ਨਹੀਂ ਸਕਦਾ, ਕਿਉਂਕਿ ਗੱਲ ਇਹ ਐਸੀ ਹੈ। ਸੋ ਆਪ ਐਸੀਆਂ ਕਥਾਵਾਂ ਨੇ। ਮਹਾਰਾਜ ਕਹਿੰਦੇ ਵੀ ਜਦੋਂ ਤੁਸੀਂ ਮਹਾਂਪੁਰਸ਼ਾਂ ਦੀਆਂ ਗੱਲਾਂ ਕਰਦੇ ਹੋ ਉਸ ਵੇਲੇ ਪਤਾ ਕੀ ਹੁੰਦਾ, ਵਾਹਿਗੁਰੂ ਜੀ ਖੁਸ਼ ਹੋ ਰਹੇ ਹੁੰਦੇ, ਉਹ ਪ੍ਰਸੰਨ ਹੋ ਰਹੇ ਹੁੰਦੇ ਨੇ ਵੀ ਮੇਰੇ ਪੁੱਤਰਾਂ ਦੀਆਂ ਗੱਲਾਂ ਹੋ ਰਹੀਆਂ ਨੇ, ਜਿਨ੍ਹਾਂ ਨੂੰ ਮੈਂ ਪ੍ਰਵਾਨ ਕਰਕੇ ਆਪਣਾ ਬਣਾਇਆ ਹੈ ਉਹਨਾਂ ਦੀਆਂ ਗੱਲਾਂ ਹੋ ਰਹੀਆਂ, ਇਹ ਉਹਨਾਂ ਦੀਆਂ ਨਹੀਂ ਹੋ ਰਹੀਆਂ, ਇਹ ਤਾਂ ਸਾਰੀਆਂ ਗੱਲਾਂ ਮੇਰੀਆਂ ਹੋ ਰਹੀਆਂ। ਇਸ ਤਰ੍ਹਾਂ ਬਾਣੀ ਦੇ ਵਿੱਚ ਫਰਮਾਨ ਆਉਂਦਾ ਹੈ। ਤੇਰੀ ਵਡਿਆਈ ਹੈ ਉਸਤਤ ਜੋ ਦਾਸ ਤੇਰੇ ਦੀ, ਤੇਰੀ ਵਡਿਆਈ ਹੈ ਉਸਤਤ ਜੋ ਦਾਸ ਤੇਰੇ ਦੀ, ਤੇਰੀ ਵਡਿਆਈ ਹੈ ਉਸਤਤ ਜੋ ਦਾਸ ਤੇਰੇ ਦੀ, ਤੇਰੀ ਵਡਿਆਈ ਹੈ ਉਸਤਤ ਜੋ ਦਾਸ ਸਾਰ ਕੀ ਵਡਿਆਈ, ਹਰ ਆਪਣੀ ਵਡਿਆਈ ਭਾਂਦੀ ਜਨ ਕਾ ਜੈਕਾਰ ਕਰ। ਵਾਹਿਗੁਰੂ ਕਿਵੇਂ ਵਡਿਆਈ ਕਰਾਉਂਦਾ ਹੈ? ਧਰੂ ਨੂੰ ਰੱਖ ਲਿਆ, ਪ੍ਰਹਲਾਦ ਨੂੰ ਰੱਖ ਲਿਆ, ਨਾਮਦੇਵ ਜੀ ਨੂੰ ਬਚਾ ਲਿਆ, ਕਬੀਰ ਨੂੰ ਡੁੱਬਣ ਨਹੀਂ ਦਿੱਤਾ, ਬਚਾ ਕੇ ਆਪਣੀ ਵਡਿਆਈ ਕਰਾਉਂਦਾ। ਜਦੋਂ ਅਸੀਂ ਉਹਦੇ ਪ੍ਰਵਾਨ ਪੁੱਤਰਾਂ ਦੀ ਜ਼ਿਕਰ ਕਰਦੇ ਹਾਂ ਉਸ ਵੇਲੇ ਉਹ ਵਾਹਿਗੁਰੂ ਦੀ ਵਡਿਆਈ ਹੋ ਰਹੀ ਹੁੰਦੀ। ਸੋ ਇਸ ਤਰ੍ਹਾਂ ਦੇ ਨਾਲ ਆਪ ਦੇ ਪਾਸ ਬਾਬਾ ਲਾਲ ਸਿੰਘ ਜੀ, ਬਾਬਾ ਆਇਆ ਸਿੰਘ ਜੀ, ਬਾਬਾ ਅਤਰ ਸਿੰਘ ਜੀ ਮੁੱਖ ਰੂਪ ਦੇ ਵਿੱਚ ਆਪ ਦੇ ਨਾਲ ਰਿਹਾ ਕਰਦੇ ਸੀ। ਹੋਰ ਵੀ ਬੇਅੰਤ ਸੀਗੇ, ਬਹੁਤ ਮਹਾਤਮਾ ਆਪ ਦੇ ਨਾਲ ਰਿਹਾ ਕਰਦੇ ਸੀ। ਤੇ ਅੱਜ ਬਾਬਾ ਜੀ, ਬਾਬਾ ਅਤਰ ਸਿੰਘ ਜੀ, ਬਾਬਾ ਕਰਮ ਸਿੰਘ ਜੀ ਦੇ ਕੋਲ ਬੈਠੇ ਨੇ। ਤੇ ਉਸ ਵੇਲੇ ਇੱਕ ਭਾਈ ਦਿਆ ਸਿੰਘ ਗਿੱਲ ਪਿੰਡ ਦਾ ਨਾਲ ਬੈਠਾ, ਉਹ ਉਹਨਾਂ ਦੇ ਨਾਲ ਫੌਜ ਵਿੱਚ ਸੀਗਾ, ਗਿੱਲਾਂ ਦਾ। ਇਹ ਗੁਰਦੇਵ ਸਿੰਘ ਹੋਣੀ ਉਹਨੂੰ ਚੰਗੀ ਤਰ੍ਹਾਂ ਜਾਣਦੇ ਨੇ, ਹੁਣ ਤਾਂ ਸ਼ਾਇਦ ਚੜ੍ਹਾਈ ਕਰ ਗਿਆ ਹੋਵੇ। ਤੇ ਉਸ ਵੇਲੇ ਬਾਬਾ ਜੀ ਕਹਿਣ ਲੱਗੇ, ਕਹਿੰਦੇ ਅਤਰ ਸਿੰਘ ਰੇਰੂ ਸਾਹਿਬ ਤੇ ਜਾ ਤੂੰ, ਉੱਥੇ ਗੁਰੂ ਮਹਾਰਾਜ ਦਾ ਇੱਕ ਰੇਰੂ ਹੈ,
ਤੇ ਉਹਨੂੰ ਆਬਾਦ ਕਰ ਤੂੰ ਜਾ ਕੇ। ਉਹ ਸਥਾਨ ਅਜੇ ਤੱਕ ਆਬਾਦ ਨਹੀਂ ਹੋਇਆ। ਕਹਿੰਦੇ ਦੇਖ ਅੱਖਾਂ ਮੀਚ। ਅੱਖਾਂ ਮੀਚੀਆਂ। ਕਹਿੰਦੇ ਦੇਖ ਲਿਆ। ਕਹਿੰਦੇ ਨਹੀਂ ਬਾਬਾ ਜੀ, ਰੇਰੂ ਤਾਂ ਉੱਥੇ ਬਹੁਤ ਖੜੇ ਨੇ। ਕਹਿਣ ਲੱਗੇ ਹੁਣ ਫੇਰ ਮੀਚੋ। ਜਿਹੜਾ ਰੇਰੂ ਅਸਲੀ ਹੈ ਨਾ ਉਹ ਤਾਂ ਹਰਾ ਨਜ਼ਰ ਆਏਗਾ, ਦੂਸਰੇ ਸੁੱਕੇ ਨਜ਼ਰ ਆਉਣਗੇ। ਫੇਰ ਤੂੰ ਨਿਸ਼ਾਨੀ ਲਾ ਲਈ ਚੰਗੀ ਤਰ੍ਹਾਂ। ਉਸ ਵੇਲੇ ਨੇਤਰ ਬੰਦ ਕਰੇ ਤਾਂ ਜਿਹਦੇ ਨਾਲ ਗੁਰੂ ਦਸ਼ਮੇਸ਼ ਪਿਤਾ ਨੇ ਆਪਣਾ ਘੋੜਾ ਬੰਨਿਆ ਸੀ ਉਹ ਹਰਾ ਹੈ, ਬਾਕੀ ਰੇਰੂ ਜਿਹੜੇ ਨੇ ਸੁੱਕੇ ਹੋਏ ਨਜ਼ਰ ਆਉਂਦੇ ਨੇ। ਕਹਿੰਦੇ ਅਦਰ ਸਿੰਘ ਨਿਸ਼ਾਨੀ ਲਾ ਲਈ। ਕਹਿੰਦੇ ਹਾਂ ਮਹਾਰਾਜ ਲਾ ਲਈ। ਕਹਿੰਦੇ ਨੇਤਰ ਖੋਲ। ਕਹਿੰਦੇ ਜਾ ਉੱਥੇ ਜਾ ਕੇ ਮਾਲਵੇ ਦੇ ਅੰਦਰ ਪ੍ਰਚਾਰ ਦੀ ਬੜੀ ਘਾਟ ਹੋ ਗਈ, ਉਹ ਸਥਾਨ ਤੂੰ ਆਪਣਾ ਬਣਾ। ਉੱਥੋਂ ਤੂੰ ਗੁਰੂ ਨਾਨਕ ਪਾਤਸ਼ਾਹ ਦੇ ਸੰਦੇਸ਼ ਦਾ ਜੋ ਪ੍ਰਸਾਰ ਹੈ ਉੱਥੋਂ ਜਾ ਕੇ ਸ਼ੁਰੂ ਕਰ ਤੇ ਸਥਾਨ ਬਣਾਉਣਾ ਹੈ। ਬਾਬਾ ਜੀ ਕਹਿਣ ਲੱਗੇ ਕਿ ਮਹਾਰਾਜ ਨੌਕਰੀ ਹੈ। ਕਹਿੰਦੇ ਪੈਨਸ਼ਨ ਹੋ ਜਾਏਗੀ ਤੇਰੀ, ਫਿਕਰ ਨਾ ਕਰ, ਹੁਣੇ ਹੋ ਜਾਏਗੀ। ਇੱਕ ਗੱਲ ਯਾਦ ਰੱਖੀ, ਇਹ ਭਾਈ ਦਿਆਲ ਸਿੰਘ ਜੀ ਦੀ ਸੰਪਰਦਾਇ ਨੇ ਅੱਜ ਤੱਕ ਕਿਸੇ ਮੂਹਰੇ ਹੱਥ ਨਹੀਂ ਅੱਡਿਆ। ਕਰੋੜਾਂ ਦੇ ਕੰਮ ਹੁੰਦੇ ਨੇ ਬਗੈਰ ਮੰਗੇ ਤੇ, ਕਦੇ ਚੱਕ ਕੇ ਤੁਰਦੇ ਨਹੀਂ ਹੈਗੇ ਵੀ ਆਹ ਸਾਨੂੰ ਦਿਓ। ਆਹ ਹੁਣ ਤੁਸੀਂ ਦੇਖਦੇ ਨਹੀਂ ਕਿੰਨਾ ਦੁੱਧ ਆ ਰਿਹਾ, ਕਿੰਨੇ ਪੈਸੇ ਆਪੇ ਹੀ ਪੰਚਾਇਤਾਂ ਬਣਾ ਪਿੰਡਾਂ ਦੀਆਂ ਆਪਣੇ ਆਪ ਆਈਆਂ। ਮੈਂ ਹੈਰਾਨ ਹੋਈ ਜਾਂਦਾ ਵੀ ਇਹਨਾਂ 'ਚ ਕਿੰਨਾ ਪਿਆਰ ਹੈ। ਕਿਹਾ ਤਾਂ ਕਿਸੇ ਨੇ ਨਹੀਂ ਅੱਜ ਤੱਕ ਇਹਨਾਂ ਨੂੰ। ਕਿੰਨਾ ਚਾਅ ਜਾਗਿਆ ਹੈ। ਮਹਾਰਾਜ ਕਿੰਨੇ ਦਿਆਲੂ ਹੋਏ ਨੇ ਇਹਨਾਂ 'ਤੇ ਵੀ ਸਾਡਾ ਵੀ ਚੂਣ ਜੱਗ ਦੇ ਵਿੱਚ ਪੈ ਜਾਏ। ਆਈ ਜਾਂਦਾ ਆਈ ਜਾਂਦਾ। ਉਹ ਕਹਿੰਦੇ ਹੱਥ ਨਹੀਂ ਅੱਡਣਾ ਕਿਸੇ ਨੂੰ। ਕਹਿੰਦੇ ਬਾਬਾ ਜੀ ਬਿਲਡਿੰਗ ਬਣਾਉਣੀ ਹੈ, ਕਿਸ ਤਰ੍ਹਾਂ ਦੇ ਨਾਲ ਫਿਰ ਇਹ ਬਣੂ? ਬਾਬਾ ਜੀ ਕਹਿੰਦੇ ਸਾਡੇ ਚਾਦਰ ਜਿਹੜੀ ਵਿਛੀ ਹੋਈ ਹੈ ਨਾ ਮੰਜੇ ਦੇ ਉੱਤੇ, ਇਹਨੂੰ ਚਾਰੇ ਕੋਨਿਆਂ ਤੋਂ ਫੜ ਕੇ ਚੱਕ ਲਿਆ। ਚਾਰੇ ਕੋਨਿਆਂ ਤੋਂ ਫੜ ਕੇ ਚੱਕ ਲਿਆਂਦਾ। ਬਾਬਾ ਜੀ ਨੇ ਚਾਦਰ ਦੇ ਵਿੱਚ ਹੱਥ ਪਾਇਆ, ਝੋਲੀ 'ਚ ਮੁੱਠੀ ਭਰ ਲਈ। ਕਹਿੰਦੇ ਕੋਈ ਬਰਤਨ ਲਿਆ, ਗੜਵਾ ਲਿਆ ਤਾਂ ਕਹਿੰਦੇ ਲੈ ਆਹ ਤੈਨੂੰ ਗੁਰੂ ਨਾਨਕ ਪਾਤਸ਼ਾਹ ਦਾ ਸੀ ਖਜ਼ਾਨਾ ਬਖਸ਼ਦੇ ਆ, ਗਿਣੀ ਹੈ ਨਾ ਕਦੇ, ਕੱਢੀ ਜਾਈ ਖਰਚੀ ਜਾਈ, ਕੱਢੀ ਜਾਈ ਖਰਚੀ ਜਾਈ। ਇਹਦੇ ਤੋਟ ਹੀ ਨਹੀਂ ਆਵੇ ਜੀ, ਨਾ ਤੇਰੇ ਕੋਲ ਆਵੇ ਨਾ ਤੇਰੇ ਗਾਹਾਂ ਜਿਹਨਾਂ ਨੇ ਆਉਣਾ ਉਹਨਾਂ ਕੋਲ ਆਵੇ। ਬਖਸ਼ਿਸ਼ਾਂ ਹੀ ਕਰ ਦਿੱਤੀਆਂ, ਭੰਡਾਰੇ ਹੀ ਬਖਸ਼ ਦਿੱਤੇ, ਕਿਉਂਕਿ ਸਤਵਾਦੀ ਮਹਾਂਪੁਰਸ਼ ਹੋਇਆ ਕਰਦੇ ਨੇ। ਤਾਂ ਬਾਬਾ ਜੀ ਉੱਥੇ ਆ ਜਾਂਦੇ ਨੇ, ਲੇਕਿਨ ਆਪਦੇ ਮਨ ਵਿੱਚ ਹੱਦ ਸਦਾ ਹੀ ਰਹਿੰਦਾ ਹੈ ਕਿ ਅਸੀਂ ਜਾਈਏ ਤੇ ਜਾ ਕੇ ਦਰਸ਼ਨ ਕਰੀਏ। ਹੋਤੀ ਮੈਦਾਨ ਚਲੇ ਜਾਂਦੇ ਨੇ, ਬੜੀ ਬੜੀ ਦੇਰ ਤੱਕ ਰਹਿੰਦੇ। ਜਦੋਂ ਮਹਾਰਾਜ ਜੀ ਆ ਗਏ, ਮਹਾਰਾਜ ਜੀ ਦੱਸਿਆ ਕਰਦੇ ਸੀ, ਸਾਰੀਆਂ ਗੱਲਾਂ ਦੱਸਦੇ ਹੁੰਦੇ ਵੀ ਅਸੀਂ ਕਿਵੇਂ ਰਹਿੰਦੇ ਸੀ, ਕਿਵੇਂ ਅਸੀਂ ਉੱਥੇ ਤਪ ਕਰਦੇ ਸੀ, ਕਿਵੇਂ ਬਾਬਾ ਜੀ ਰਹਿੰਦੇ ਸੀ। ਇਹ ਤਾਂ ਗਿਆਨੀ ਮੋਹਨ ਸਿੰਘ ਦੀ ਬੜੀ ਭਾਰੀ ਮਿਹਰਬਾਨੀ ਹੋਈ, ਬਹੁਤ ਕੁਝ ਉਸ ਨੇ ਨੋਟ ਕਰ ਲਿਆ ਮਹਾਰਾਜ ਜੀ ਤੋਂ, ਨਹੀਂ ਤਾਂ ਇਹ ਗੁਆਚ ਜਾਣੀਆਂ ਸੀ, ਸਾਰੀਆਂ ਗੱਲਾਂ ਯਾਦ ਨਹੀਂ ਸੀ ਸਾਡੇ ਰਹਿਣੀਆਂ। ਸੋ ਉਸ ਵੇਲੇ ਬਾਬਾ ਜੀ ਸਾਰੀ ਸੰਗਤ ਬੁਲਾ ਲਈ ਬਾਬਾ ਜੀ ਨੇ, ਬਾਬਾ ਕਰਮ ਸਿੰਘ ਜੀ ਨੇ। ਤੇ ਉਸ ਵੇਲੇ 7 ਦਿਨ ਪਹਿਲਾਂ ਹੀ ਕਹਿਣ ਲੱਗੇ ਪ੍ਰੇਮੀਓ ਹਰੀ ਦਾ ਜਸ ਕਰਨਾ ਹੈ, ਸਾਰੇ ਕਰੋ। ਤੇ ਹਰੀ ਦਾ ਜਸ ਹੋ ਰਿਹਾ। ਤੇ ਬਾਬਾ ਜੀ ਇੱਕ ਦਿਨ ਪਹਿਲਾਂ ਕਹਿਣ ਲੱਗੇ ਬਈ ਪ੍ਰੇਮੀਓ ਜੋ ਕੁਛ ਪੁੱਛਣਾ ਹੈ ਉਹ ਪੁੱਛ ਲਓ, ਕਿਸੇ ਦੇ ਮਨ 'ਚ ਨਾ ਸ਼ੰਕਾ ਰਹੇ। ਜੋ ਕੁਛ ਲੈਣਾ ਉਹ ਲੈ, ਮੰਗ ਦੱਸ ਦਿਓ, ਗੁਰੂ ਨਾਨਕ ਪਾਤਸ਼ਾਹ ਤੋਂ ਅਸੀਂ ਦਵਾ ਦਈਏ, ਫੇਰ ਨਾ ਕਿਹੋ, ਪਿੱਛੋਂ ਨਾ ਪਛਤਾਇਓ। ਤੇ ਇੰਨੀ ਗੱਲ ਕਹਿ ਕੇ ਕਹਿਣ ਲੱਗੇ ਸ਼ਬਦ ਪੜੋ। ਸ਼ਬਦ ਪੜਾਉਣ ਲੱਗ ਗਿਆ। ਦਿਨ ਥੋੜੇ ਰਹਿ ਗਏ ਪਿਆ
पवन केरे पत ज्यों ढल ढुल जम्मणहार रंग मान लै प्यारिया जां जोबन नौ हुरला दिन थोड़े थके भया प्राणा चो। संगता ऐसे भाव विच आई है कि बाबा जी ने शब्द क्यों पढ़ाता, नेत्रां च जल जा रहा सारे। ਜਿਹੜੇ ਸਿਆਣੇ ਪੁਰਸ਼ ਸੀ ਉੱਠ ਕੇ ਖੜੇ ਹੋ ਗਏ, ਬਾਬਾ ਜੀ ਅੱਜ ਆਪਨੇ ਸ਼ਬਦ ਅਚਾਨਕ ਪੜ੍ਹਾ ਕੇ ਕਿਰਪਾ। ਉਹ ਬਾਬਾ ਜੀ ਐਨੇ ਮਕਬੂਲ ਸੀ ਅਕਾਲ ਪੁਰਖ ਦੇ ਦਰ ਤੇ ਕਿ ਆਪ ਨਦੀ ਦੇ ਕੰਢੇ ਬੈਠੇ ਤਾਂ ਬੰਦਗੀ ਕਰ ਰਹੇ ਨੇ, ਅੰਮ੍ਰਿਤ ਵੇਲੇ ਤੋਂ ਗਏ ਹੋਏ ਨੇ, ਅੱਜ ਸਮਾਧੀ ਨਹੀਂ ਖੁੱਲੀ। ਤੇ ਉਧਰਲੇ ਪਾਸੇ ਮੈਨੂੰ ਇੱਕ ਬਾਬਾ ਸੀ ਇੱਥੇ ਦਾ, ਉਹਨੇ ਮੈਨੂੰ ਦੱਸਿਆ, ਦੀਵਾਨ ਸਿੰਘ ਸੀ ਉਹਦਾ ਨਾਮ। ਕਹਿਣ ਲੱਗਿਆ ਸਾਡੇ ਬਿਗਲ ਵੱਜ ਗਿਆ ਤੇ ਬਾਬਾ ਜੀ ਕੋਲ ਸੀਗੇ ਕੋਟ, ਅਲਾਰਮ ਵੱਜ ਗਿਆ। ਅਲਾਰਮ ਵੱਜੇ ਤੇ ਕਹਿੰਦਾ ਰਫਲਾਂ ਲੈਣ ਅਸੀਂ ਨੱਠੇ ਬਾਬਾ ਜੀ ਦੇ ਕੋਲ। ਕਹਿੰਦੇ ਉੱਥੇ ਜਾ ਕੇ ਕੀ ਦੇਖਿਆ, ਬਾਬਾ ਜੀ 2 ਮਿੰਟ ਦੇ ਅੰਦਰ ਅੰਦਰ ਸਾਰੀ ਫੌਜ ਨੂੰ ਹਥਿਆਰ ਦੇ ਦਿੱਤੇ। ਕਹਿੰਦੇ ਅਸੀਂ ਹੈਰਾਨ ਹੋ ਗਏ ਬਈ ਇਹ ਬਾਬਾ ਇੱਕ ਸੀ ਕਿ 100 ਸੀਗਾ, ਇੰਨੀ ਛੇਤੀ ਤਾਂ ਕੋਈ ਹਥਿਆਰ ਦੇ ਨਹੀਂ ਸਕਦਾ। ਤੇ ਰਜਿਸਟਰਾਂ ਦੇ ਉੱਤੇ ਲਿਖ ਲਿਆ, ਸਾਨੂੰ ਕੁਛ ਨਾ ਸਮਝ ਪਿਆ। ਕਹਿੰਦਾ ਉਹ ਸਾਹਿਬ ਕਹਿਣ ਲੱਗਿਆ, ਵੈਲ ਕਰਮ ਸਿੰਘ ਅੱਜ ਐਡਵਾਂਸ ਗਾਰਡ ਵਿੱਚ ਤੈਂ ਜਾਣਾ। ਕਹਿੰਦਾ ਅੱਗੇ ਚੌਂਕੀ ਦੇ ਉੱਤੇ ਪਠਾਣਾ ਨੇ ਕਬਜ਼ਾ ਕਰ ਲਿਆ। ਤੇ ਉਸ ਵੇਲੇ ਬਾਬਾ ਜੀ ਕਹਿੰਦਾ ਅੱਗੇ ਹੋ ਗਏ ਤੇ ਅੱਗੇ ਹੋ ਕੇ ਬਗੈਰ ਗੋਲੀ ਚਲਾਈ, ਬਗੈਰ ਲੜਾਈ ਤੇ ਇੱਕ ਛਿੱਟ ਖੂਨ ਦੀ ਨਹੀਂ ਡੁੱਲਣ ਦਿੱਤੀ, ਚੌਂਕੀ ਖਾਲੀ ਕਰਾ ਲਈ। ਉਹ ਸਾਹਿਬ ਇੰਨਾ ਖੁਸ਼ ਹੋਇਆ ਉਹਨਾਂ ਉੱਤੇ, ਕਹਿਣ ਲੱਗਿਆ ਅੱਜ ਮੈਂ ਪ੍ਰਮੋਸ਼ਨ ਦੇਣੀ ਹੈ ਸਪੈਸ਼ਲ। ਬਾਬਾ ਕਰਮ ਸਿੰਘ ਜੀ ਨੂੰ 4 ਵਜੇ ਦਫ਼ਤਰ ਲਿਆਇਓ। ਇੱਧਰ ਬਾਬਾ ਜੀ 2 ਵਜੇ ਤੱਕ ਬੈਠੇ ਰਹੇ। 2 ਵਜੇ ਜਦੋਂ ਸਮਾਧੀ ਖੁੱਲੀ, ਸੋਚ ਫੁਰੀ ਬਈ ਅੱਜ ਤਾਂ ਕੀ ਹੋਇਆ ਹੋਣਾ, ਤਾਲਾ ਤੋੜਿਆ ਹੋਣਾ ਕੋਤਾਂ ਦਾ, ਤੇ ਹਥਿਆਰ ਕਿਹਨੇ ਦਿੱਤੇ ਹੋਣੇ। ਉਹ ਦੀਵਾਨ ਸਿੰਘ ਕਹਿੰਦਾ ਮੈਂ ਉਹਦੇ ਬਾਬਾ ਜੀ ਵਾਲੇ ਜਿਹੜੀ ਬੈਰਕ ਸੀ ਉਹਦੇ 'ਚ ਮੈਂ ਰਹਿੰਦਾ ਸੀ, ਉੱਥੇ ਇੱਕ ਸੂਬੇਦਾਰ ਮੇਜਰ ਰਹਿੰਦਾ ਸੀ, ਉੱਥੇ ਹੀ ਬਾਬਾ ਜੀ ਰਹਿੰਦੇ ਸੀ। ਕਹਿੰਦਾ ਬਾਬਾ ਜੀ ਅੰਮ੍ਰਿਤ ਵੇਲੇ ਉੱਠ ਕੇ 2 ਵਜੇ ਸਾਰਿਆਂ ਦੇ ਜੂਠੇ ਭਾਂਡੇ ਮਾਂਜ ਦਿੰਦੇ ਸੀ। ਕਹਿੰਦਾ ਫਿਰ ਅਸੀਂ ਜੂਠੇ ਭਾਂਡੇ ਛੱਡਣ ਤੇ ਹਟਣ ਤੋਂ ਹਟੇ। ਫਿਰ ਕਹਿੰਦੇ ਸਾਰਿਆਂ ਦੇ ਘਰ ਦੀ ਸਫਾਈ ਕਰ ਦਿੰਦੇ ਸੀ। ਜਦ ਸਾਨੂੰ ਪਤਾ ਲੱਗਿਆ ਬਾਬਾ ਜੀ ਕਰਦੇ ਆ, ਅਸੀਂ ਰਾਤ ਨੂੰ ਇਹ ਸਫਾਈ ਕਰਕੇ ਪੈਣ, ਕੱਪੜਿਆਂ ਦੀ ਸਾਰਿਆਂ ਦੀ ਤਹਿ ਲਾ ਦੇਣੀ। ਕਹਿੰਦੇ ਪਹਿਲਾਂ ਹੀ ਅਸੀਂ ਬਾਬਾ ਜੀ ਕਹਿੰਦੇ ਹੁੰਦੇ ਉਹਨਾਂ ਨੂੰ ਫੌਜ ਵਿੱਚ। ਕਹਿੰਦੇ ਉਦਣ ਸਾਰੀ ਫੌਜ 'ਚ ਖੁਸ਼ੀਆਂ ਹੋ ਗਈਆਂ ਵੀ ਬੰਦਾ ਇੱਕ ਨਹੀਂ ਮਰਿਆ, ਗੋਲੀ ਇੱਕ ਨਹੀਂ ਚੱਲੀ ਤੇ ਪਠਾਨ ਛੱਡ ਕੇ ਚਲੇ ਗਏ। ਚੌਂਕੀ ਕਹਿੰਦੇ ਬੜੀ ਖਤਰਨਾਕ ਸੀ। ਤੇ ਅੰਗਰੇਜ਼ ਨੇ ਇਸ ਖੁਸ਼ੀ 'ਚ ਆ ਕੇ ਇਹ ਗੱਲ ਕਹਿਤੀ ਵੀ ਮੈਂ ਅੱਜ ਸਪੈਸ਼ਲ ਪ੍ਰਮੋਸ਼ਨ ਦੋ। ਕਹਿੰਦੇ ਬਾਬਾ ਜੀ 2 ਵਜੇ ਆਏ ਤੇ ਸਿੱਧੇ ਸੂਬੇਦਾਰ ਮੇਜਰ ਕੋਲ ਆਏ ਤੇ ਲੋਕ ਰਾਹ 'ਚ ਬਾਬਾ ਜੀ ਮੁਬਾਰਕਾਂ, ਬਾਬਾ ਜੀ ਮੁਬਾਰਕਾਂ। ਕਹਿੰਦੇ ਮੁਬਾਰਕਾਂ ਕਿ ਸਜ਼ਾ ਮਿਲੂ ਅੱਜ। ਸੂਬੇਦਾਰ ਸਾਹਿਬ ਕੋਲ ਆ ਗਏ, ਕਹਿੰਦੇ ਕੀ ਗੱਲ ਹੈ। ਕਹਿੰਦਾ ਤੁਹਾਨੂੰ ਨਹੀਂ ਪਤਾ। ਕਹਿੰਦੇ ਅਸੀਂ ਤਾਂ ਹੁਣੇ ਨਦੀ ਤੋਂ ਉੱਠ ਕੇ ਆਏ। ਕਹਿੰਦਾ ਚਰਨ ਫੜ ਲਏ ਉਹਨੇ ਸੂਬੇਦਾਰ ਨੇ। ਕਹਿੰਦਾ ਬਾਬਾ ਜੀ ਅਸੀਂ ਅੱਜ ਤਾਈਂ ਸੁਣਦੇ ਤਾਂ ਆਉਂਦੇ ਸੀ ਵੀ ਵਾਹਿਗੁਰੂ ਸਿੰਘਾਸਣ ਛੱਡ ਕੇ ਆ ਜਾਂਦਾ, ਜੈ ਜੈ ਕਾਰਜ ਕਿਰਤ ਸੇਵਕੀ ਤਾਂ ਤਾਂ ਉੱਠਦਾ ਹੋਵੇ, ਸੇਵਕੋ ਨਿਕਟੀ ਹੋਏ ਦਿਖਾਵੇ। ਅੱਜ ਅਸੀਂ ਪ੍ਰਤੱਖ ਰੂਪ 'ਚ ਦਰਸ਼ਨ ਕਰ ਲਏ ਉਸ ਅਕਾਲ ਪੁਰਖ ਦੇ, ਜਿਹਦੇ ਦਰਸ਼ਨਾਂ ਨੂੰ ਬਰਮਾ ਵਿਸ਼ਨੂੰ ਮਹੇਸ਼ ਸਾਰੇ ਤਰਸ ਰਹੇ ਨੇ। ਉਹ ਵੇਖਿਆ ਉਹਨਾਂ ਨਜ਼ਰ ਨਾ ਆਵੇ ਬਹੁਤਾ ਇਹ ਬੇਟਾ। ਤੇ ਅਸੀਂ ਪ੍ਰਤੱਖ ਰੂਪ ਤੁਹਾਡੇ ਰੂਪ 'ਚ ਦਰਸ਼ਨ ਕਰ ਲਏ, ਸਾਰੀ ਫੌਜ ਨੇ ਕਰ ਲਏ। ਸਾਡੇ ਵਰਗਾ ਭਾਗਾਂ ਵਾਲਾ ਅੱਜ ਦੁਨੀਆ 'ਚ ਕੌਣ ਹੈ। ਦਫ਼ਤਰ ਹਾਜ ਕਹਿੰਦੇ ਦਫ਼ਤਰ ਚੱਲਣਾ ਹੈ 4 ਵਜੇ, ਵਰਦੀ ਪਹਿਨ ਲਓ। ਕਹਿੰਦੇ ਹੁਣ ਵੀ ਵਰਦੀ ਪਹਿਨੀ ਹੈ। ਕਹਿੰਦੇ ਜਾਬਤਾ ਤਾਂ ਫੌਜ ਦਾ ਪੂਰਾ ਕਰਨਾ ਹੀ ਹੈ। ਆਪ ਵਰਦੀ ਪਹੁੰਚ ਕੇ ਉੱਥੇ ਪਾ ਲਈ, ਸਾਰੀ ਫੌਜ ਖੜੀ ਹੋ ਗਈ। ਉਸ ਵੇਲੇ ਅੰਗਰੇਜ਼ ਨੇ ਕਮਾਂਡਰ ਨੇ ਇੱਕ ਲੈਕਚਰ ਦਿੱਤਾ ਕਿ ਕਰਮ ਸਿੰਘ ਦੀ ਸੇਵਾ ਇੰਨੀ ਡਿਊਟੀ ਹੈ ਇਹਦੀ ਸੁਥਰੀ ਕਿ ਮੈਂ ਅੱਜ ਬੜਾ ਹੀ ਖੁਸ਼ ਹੋਇਆ। ਕਿੱਡੀ ਸਕੀਮ ਹੈ ਕਿ ਇੱਕ ਗੋਲੀ ਨਹੀਂ ਚਲਾਈ ਤੇ ਟਿਕਟ ਖਾਲੀ ਕਰਾ ਲਈ। ਤੇ ਅੱਜ ਮੈਂ ਸਪੈਸ਼ਲ ਆਪਣੇ ਅਧਿਕਾਰ ਵਰਤਦਾ ਹੋਇਆ ਇਹਨਾਂ ਦੇ ਸਟਾਰ ਲਾਉਣਾ। ਉਸ ਤੋਂ ਬਾਅਦ ਬਾਬਾ ਜੀ ਕਹਿਣ ਲੱਗੇ ਮੈਂ ਵੀ ਬੇਨਤੀ ਕਰ ਲਾਂ। ਕਹਿੰਦੇ ਦਫ਼ਤਰ ਦੇ ਜਿਹੜਾ ਮੂਹਰੇ ਬਰਾਂਡਾ ਸੀ ਉਹ ਛੋਟਾ ਸੀ, ਕਹਿੰਦੇ ਉਹਦੇ ਉੱਤੇ ਖੜ ਗਏ ਬਾਬਾ ਜੀ। ਸਾਰੀ ਫੌਜ ਨੂੰ ਪਹਿਲਾਂ ਉਹਨਾਂ ਨੇ ਸਾਰਿਆਂ ਨੂੰ ਫਤਿਹ ਬੁਲਾਈ। ਉਹ ਤੋਂ ਬਾਅਦ ਕਹਿਣ ਲੱਗੇ ਸਾਧ ਸੰਗਤ ਜੀ ਆਹ ਜੋ ਕੁਛ ਹੋਇਆ ਮੈਨੂੰ ਕੋਈ ਪਤਾ ਨਹੀਂ। ਇਹ ਮੈਨੂੰ ਐਂ ਲੱਗਦਾ ਹੈ ਵੀ ਗੁਰੂ ਦਸ਼ਮੇਸ਼ ਪਿਤਾ ਨੇ ਆਪ ਆ ਕੇ ਮੇਰੀ ਥਾਂ ਦੇ ਉੱਤੇ ਕੋਤਾਂ ਦੇ ਵਿੱਚ ਰਫਲਾਂ ਵੰਡੀਆਂ ਤੇ ਆਪ ਇਹ ਦੁਸ਼ਮਣ ਨਾਲ ਰਫਲ ਚੱਕ ਕੇ ਲੜਦੇ ਰਹੇ ਮੇਰਾ ਰੂਪ ਧਾਰ ਕੇ। ਤੇ ਮੈਂ ਉਸ ਪਾਤਸ਼ਾਹ ਦਾ ਅੱਜ ਚਾਕਰ ਹੋ ਗਿਆ। ਹੁਣ ਮੈਂ ਸਰਕਾਰ ਦਾ ਚਾਕਰ ਨਹੀਂ ਰਹਿਣਾ। ਮੈਂ ਪੂਰੀ ਜ਼ਿੰਦਗੀ ਇੱਕ ਸਵਾਸ 24,000 ਸਵਾਸ
ਉਹਦੀ ਸੇਵਾ 'ਚ ਲਾਉਣੇ। ਇਸ ਕਰਕੇ ਮੇਰੀ ਫਤਿਹ ਆ ਆਖਰੀ ਹੈ। अंग्रेज ने भी गल समझी। कहते करम सिंह हम नहीं जाने देगा आपको। कहते साहब बहादुर जिन्हें मैनू लिजाना सी वो तो लै गया, तेरे रजिस्टर चो नौ कट गए सारे। लौंग रोल मंगाओ, जो लौंग रोल मंगाई 9 इन्ना नंबर खाली पिया। कहते शीट रोल मंगाओ, जो शीट रोल मंगाई नंबर है ना 9 खाली पई शीट रोल। कहते पे रोल मंगाओ, जिथे तनख्वाह लेंदे रहे ने अंगूठे लगे ने दस्तखत होए, पे बिल कट ले किते ਨਾਂ ही नहीं आता बाबा जी का, सारे टोटल बदलते। अंग्रेज ने टोपी लाई, सलाम करती, सजदा करता, कहता वैल करम सिंह तुम्हारा गॉड तुम्हारी थां ते पहरा दे गया। ते ये कहानी मेरी फौज नूं सदा वास्ते अमर रखेगी। ते मैं भी ये चाहना, ठीक है अब तुम खुदा की नौकरी करो, पर एक मैं बेनती करदा, मेरी फौज भी बेनती करती है, वो ये है कि जिन्ना चिर फौज इत्थे है तुसीं फौज तो दूर नहीं जाना, असीं तुहाडा थां सारा बना देंगे। सो वो बाबा जी जिन्हां दे कौतकां दा कोई हिसाब नहीं, गिणती मिणती तो बाहर नहीं, अज शब्द पढ़ा रहे हैं। उस वेले संगत सारी खड़ी हो गई, बेनतियां कर रही है, बाबा जी भेत खोलो गैब का। कहते भाई गुरमुखो आर्डर नहीं हुंदा, पर चलो तुसीं बहुता कहने हो, असीं कहंदे कल नूं 4 बजे आ चोला छड्ड देना। इन्नी गल कहण दी लोड़ सी ना। लंगर चों कोई प्रसादा से नेत्रां चों जल जांदे वो प्यारे जिहड़े उन्हां नूं देख के जिउंदे सी, जिन्हां दे जीवन दा आधार बने होए सी, जिन्हां दी दुनिया ही बाबा जी सी, मां भी प्यो भी सब कुछ होई सीगे, तैं विछोड़े नूं किवें चल सकदा। सारी रात लंघ गई। दूसरे दिन बाबा लाल सिंह जी नूं कहा, बाबा जी तुसीं हो कहो। बाबा लाल सिंह जी लंगर की सेवा कर रहे, संगत नूं लैके बाबा जी के चरनां 'च हाजिर हुंदे ने। कहते बाबा जी संगत के उत्ते तरस करो। कहते लाल सिंह देख मर्यादा चली आ रही है, बाबे टल नूं जाना पिया, बाबे गुरदित्ते जी नूं जाना पिया, समर्थ पुरुषां नूं। हाँ एक गल गुरु घर च हैगी भी पंडित का पुत्र मरिया पिया, ते सारे बेनती करते हैं गुरु हरराय साहब अगे कि महाराज इस बच्चे नूं जिउंदा कर दो। महाराज कहते असीं अकाल पुरख की मर्यादा नहीं तोड़नी है। हाँ जे तुहानूं ज़्यादा ख्याल है कोई इहदी थां ते चलिया जाओ ते इह जिउंदा हो जाएगा। उस वेले भाई गौरे दे भरा चले जाते ने, जाके धरती ते कुशा दा आसन बिछाया ते शरीर छड्ड गए। इधरों बाद ब्राह्मण का बच्चा जिउंदा हो गया, खुशियां हो गई। महाराज कहते मेरा किहड़ा पुत्र गया, किहड़े पुत्र ने इहदे थां ते अपने प्राण दिते ने। जद पता लग्या कहण लगे मेरा पुत्र मार के तुसीं एक ब्राह्मण का पुत्र जिउंदा करता, साध सिंह जी चंगी गल ना करी, चलो थोड़ी मर्जी। कहण लगे इस तरह के नाल बाबा लाल सिंह जी, संत लाल सिंह जी आधा रिवाज चलिया आउंदा, तुसीं साडे थां चले जाओ, 2 साल 2 महीने 2 दिन ते बाद तुहाडा सद्दा आउणा है, उदण फिर मैं चलिया जाऊँ। साध संगत जी फेर ना सानूं रोकिओ। बाबा लाल सिंह नूं भी नहीं सी भेजणे चाहुंदे। दूसरा दिन हो गया। उस वेले बाबा जी कहंदे तैयार हो के आ जाओ। आप लंगर च सेवा कर रहे, खबर फैल गई सारे फौज विच। अंग्रेज भी आ गए भी 4:30 बजे शरीर छड्डना है बाबा लाल सिंह बई देखिए किवें शरीर छड्ड दिंदे ने। उस वेले बाबा जी ने सुनेहा भेजिया, भाई लाल सिंह 3 बज गए ने, तैयारी कर जाण दी। लंगर वरता रहे ने, शब्द पढ़ी जाते हैं मस्ती चाड़। 3 बज गए, कहते ठीक है। गए जाके केसी इशनान करया, चिट्टे वस्त्र पहने। 4 बजे बाबा जी की सेवा च आके नमस्कार करके बहुत विराग दे शब्द पढ़ने शुरू कर दिते। बाबा जी कहते टाइम होने वाला हो गया थोड़ा। बैठ के जपजी साहब पढ़िया, जिन्नी नाम ते आया गए मशक्कत काल, नानक ते मुख उजले, केती छुट्टी नाल कह के सारियां नूं फतेह बुलाती। 4:25 हो फतेह बुलाती, नमस्कार करते ने। बाबा जी ने कहा बाबा जी अनेकां ही भुल्लां मेतियां होईयां, मेरे साथी सी तुसीं फौज दे विच, मित्र होने करके मैं तुहाडा पूरा आदम नहीं कर सकिया जो मैनूं करना चाहिदा सी। मेरियां भुल्लां खिमा करो, गलतियां माफ़ करो।
4:29 हो गए। उस वेले सारिਆਂ ਨੂੰ फतेह बुला के लम्मे पै गए ते उत्ते चादरा ले लिया। 1 मिनट लंघ गया ते उस वेले बाबा जी कहन लगे, प्रेमियों देखो तो। जब देखा तो चेतन कला है नहीं, शरीर पे है। आवे जाए न संग गुरमुख प्यारा, गुरमुख प्यारा आवे जाए न संग गुरमुख प्यारा, गुरमुख प्यारा आवे जाए न संग गुरमुख प्यारा, गुरमुख प्यारा आवे जाए न संग गुरमुख प्यारा, गुरमुख प्यारा। पंज पूतक चोला छड़ता। अज 2 साल 2 महीने लंघण नूं नेड़े आ गए। बाबा जी कहन लगे भी सैदो चलो। सारी संगत चलती है, दिन गिन रहे ने कि बाबा जी के तो दिन नेड़े आ गए, किते भाणा ना उत्थे जाके वरताउणा होवे। आप सीधे एक माई के घर चले गए। माई इंतजार कर रही है, बड़ी उम्र की है। बाबा जी कहन लगे, माता ਜਿਹੜਾ ਤੈਂ ਸਾਡੇ ਵਾਸਤੇ कपड़ा बनाया ना, चोला बनाया, ਉਹ दे, ਅਸੀਂ ਇਹਨੂੰ ਪਾ ਕੇ ਦਰਗਾਹ ਵਿੱਚ ਜਾਣਾ। माता हैरान हो गई कि महाराज ऐसी बात कहते हैं। कीर्तन शुरू हो गए। महाराज जी दसदे कहते कीर्तन शुरू हो गए, बाहर बैठी संगत कीर्तन कर दी ते बाबा जी माता नूं कहन लगे, माता चल तैनूं भी चानने च नाल ले चलीए, किथे नेरे टकरा मारेंगी। किड्डी किस्मत वाली माता सी। कोई जप नहीं, कोई तप नहीं, एक प्यार किया महापुरुषों ने। जप तप नहीं सी वो जानती। सानू तो माण हुंदा है, मैं इन्ने इन्ने घंटे नाम जपदा, मेरी सुरत इत्थे टिकदी है, मैं इन्ना करना, मैं रोटी इन्नी के खानी ना। वाहिगुरू तो जब भिजदा है ना, पता ही नहीं लगता किहदे ते भिज जांदा। वाहिगुरू बहुत है बेप्रवाह है, कोई पता नहीं। इन्हां गल्लां च नहीं वो आउंदा कदे भी बस विच, वो सिर्फ प्यार विच बस आउंदा। सो माता नूं कहण लगे, माता चल तैनूं भी चानने चानने च लै चले। अमृत वेला हो गया, संगत बाहर शब्द पढ़ दिया। महाराज जी कहन लगे, जदों 2 बजे कहंदे हैरानी होई, एकदम प्रकाश हो गया आसमान दे विच। प्रकाश ये नहीं होया, कहंदे साज बजने शुरू हो गए ते प्रकाश हौली हौली आसमान दे विच लोप हुंदा तुरिया जा, उत्ते ही उत्ते तुरिया जा रहा। पता लग गया भी बाबा जी तो 5 भूत चोला छड़ गए। जो दरवाजा खोल के देखा तो माता का सीस बाबा जी के चरणों ते है ते बाबा जी समाधि च बैठे, शरीर दोए छड़ गए। तो ऐसे महापुरुष इस संप्रदाय चों बड़ियां ही करने वाले हैरान हो जाओ। बाबा जी, बाबा अतर सिंह जी सैदो गए हुए हैं ते आप कलपाणी नदी के कंढे बैठ के बंदगी सारी रात करया करते जी। महाराज जी कहते जदों असीं इशनान करना, ਇੰਨੀ ठंड ਹੁੰਦੀ भी जे तो छेती दे के कशहरे का नाला कस लिया तो कस लिया ते हिम्मत नाल असीं कमीज पहन लेना ते बटन नहीं सी बंद होंदे। कहते कपड़ा लैके बैठे जाते। फिर 10 बज जाने, सूरज ने चढ़ना, जिहड़ी बर्फ साडे उत्ते जम जाती सी उहने हौली हौली पिघलना, निग साडे शरीर च आउणा, तां कहंदे असीं उठदे सीगे, नहीं उत्थे बैठे रहिंदे सी। सो ये बाबा अतर सिंह जी महाराज तप ते त्याग की मूर्ति, सचमुच तपीए जीवन जीवन का विचारीए, हैरान रह जाइए। इन्नी सेवा तो यह जिहा करड़ा जीवन असीं तो एक माड़ा जिहा भी नहीं कर सकते, थोड़ा जिहा भी। जे कहिए भी 1000 चों 1 कर लिया ना, यह भी गलत है, कर नहीं सकते। ये तो उन्हों की बख्शिश है, कोई उन्हों दियां मेहरां ही ने भी साडे वर्गे मूर्खां नूं भी अपनाई जाते। पता नहीं, मैं तो हैरान होना भी ये की गल है। बई ज़्यादा ही दयालु ने, जिहा जिहा वाहिगुरू दयालु है, यह जिहे महापुरुष दयालु ने, नहीं तो साडे वर्गे नूं तां किते नरकां 'च थां मिलना चाहिए। सो आप बैठे ने ते सेवादार कहन लग्या, पैरे ते खड़ा सी, कहंदा बाबा जी अपने वल नूं एक लालटैन ते बंदे आ रहे ने, बंदा आ रहा कोई। बाबा जी कहन लगे, सिंघा
ਕਹਿੰਦੇ ਪਿਆਰ ਦੀ ਸੁਗੰਧੀ ਆ ਰਹੀ ਹੈ ਇਹਦੇ ਚੋਂ, ਬੈਰ ਦੀ ਨਹੀਂ ਆ ਰਹੀ। ਕਹਿੰਦੇ ਮਹਾਰਾਜ ਵਿਦੇਸ਼ ਵਿੱਚ ਬੈਠੇ ਹਾਂ, ਕਬੈਲੀ ਇਲਾਕਾ ਹੈ, ਕੋਈ ਗੜਬੜ ਨਾ ਹੋਵੇ। ਕਹਿੰਦੇ ਨਹੀਂ, ਕੋਈ ਗੜਬੜ ਨਹੀਂ। ਨੇੜੇ ਆ ਗਿਆ, ਨੇੜੇ ਆਇਆ ਹੋਇਆ ਆ ਕੇ ਨਮਸਕਾਰ ਕੀਤੀ। ਕਹਿਣ ਲੱਗਿਆ ਮਹਾਰਾਜ, ਇਹ ਅਜੀਮ ਖਾਂ ਪਠਾਨ ਜਿਹਦੇ ਖੂਹ ਦੇ ਉੱਤੇ ਤੁਸੀਂ ਰਹਿੰਦੇ ਹੋ, ਮੈਂ ਉਹਦਾ ਮਿੱਤਰ ਹਾਂ ਤੇ ਮੇਰੀ 95 ਸਾਲ ਦੀ ਉਮਰ ਹੋ ਗਈ। ਨਜੁੱਲਾ ਖਾਨ ਮੇਰਾ ਨਾਮ ਹੈ। 3 ਮੇਰੇ ਵਿਆਹ ਨੇ, 5 ਵਿਆਹ ਕਰਾਏ ਸੀ, 2 ਮਰ ਗਏ, 3 ਹੈਗੇ। ਵੱਡੀ ਬੇਗਮ ਮੇਰੀ 70 ਸਾਲ ਦੀ ਹੈ, ਛੋਟੀ 55 ਦੀ, ਵਿਚਾਲੇ ਹੋਈ ਹੈ। ਆਹ ਜ਼ਮੀਨ ਜਾਇਦਾਦ ਬੇਅੰਤ ਪਈ ਹੈ, ਖਾਲੀ ਜਾ ਰਹੇ ਹਾਂ ਸੰਸਾਰ ਤੋਂ। ਇੱਕ ਪੁੱਤਰ ਦਾ ਮੂੰਹ ਦੇਖਣ ਦਾ ਸਾਨੂੰ ਅਵਸਰ ਨਹੀਂ ਮਿਲਿਆ। ਬੜਾ ਕੁਛ ਮੈਂ ਕੀਤਾ ਹੈ, ਮੱਕੇ ਦੀ ਯਾਰਤ ਵੀ ਕਰਿਆ ਆ, ਹੋਰ ਵੀ ਕਰਿਆ, ਜੋ ਕੁਛ ਸਾਡੇ ਧਰਮ ਦੇ ਵਿੱਚ ਸੀ ਉਹ ਮੈਂ ਸਭ ਕਰ ਲਿਆ। ਤੇ ਮੈਂ ਇਹ ਸੁਣਿਆ ਹੈ ਕਿ ਗੁਰੂ ਨਾਨਕ ਦੇ ਘਰ ਤੋਂ ਕੋਈ ਖਾਲੀ ਨਹੀਂ ਜਾਂਦਾ। ਜੋ ਕੋਈ ਮੰਗਦਾ ਹੈ, ਸਾਚੇ ਸਾਹਿਬ ਆ ਕਿਆ ਨਹੀਂ ਕਰਦੇ ਰਹੇ, ਕਰਦਾ ਤੇਰੇ ਸਭ ਕੁਛ ਹੈ, ਜਿਸ ਦੇ ਸੁਪਾ। ਬਾਬਾ ਮਹਾਰਾਜ ਜੀ ਕਹਿਣ ਲੱਗੇ ਵੀ ਕਿੰਨੀ ਉਮਰ ਹੈ? ਕਹਿੰਦਾ ਜੀ 95 ਸਾਲ ਦੀ। ਮਹਾਰਾਜ ਜੀ ਕਹਿੰਦੇ ਹੁਣ ਤਾਂ ਸੁੱਕ ਗਿਆ ਪ੍ਰੇਮੀਆਂ। ਕਹਿੰਦਾ ਮਹਾਰਾਜ ਜੀ ਨੇ ਮੈਨੂੰ ਦੱਸਿਆ, ਉਹ ਕਹਿੰਦੇ ਉਹਨਾਂ ਨੇ ਇਹ ਗੱਲ ਮੈਨੂੰ ਕਹਿ ਕੇ ਭੇਜੀ ਹੈ ਕਿ ਸਾਚੇ ਸਾਹਿਬ ਆ ਕਿਆ ਨਹੀਂ ਕਰਦੇ, ਸਭ ਕੁਛ ਹੈ ਤੇਰੇ ਘਰ ਵਿੱਚ, ਸੂਕੇ ਹਰੇ ਕੀਏ ਖਿਨਮਾਏ, ਅੰਮ੍ਰਿਤ ਦ੍ਰਿਸ਼ਟ ਸੰਚ ਜੀਵਾ। ਤੇਰੀ ਇੱਕ ਨਿਗਾਹ ਪੈ ਜਾਵੇ ਸਾਡੇ ਸਰੀਰ ਦੇ ਉੱਤੇ, ਅਸੀਂ ਤਾਂ ਫੇਰ ਮੁੜ ਕੇ ਹਰੇ ਹੋ ਜਾਵਾਂਗੇ। ਤੇ ਮੇਰੇ ਤੇ ਕਿਰਪਾ ਕਰੋ, ਹੁਣ ਮੈਂ ਇਕੱਲਾ ਆਇਆ ਤੇ ਹੁਣ ਮੈਂ ਬੈਂਡ ਬਾਜੇ ਵਜਾਉਂਦਾ ਆਵਾਂਗਾ ਜਦ ਤੁਸੀਂ ਅਗਲੇ ਸਾਲ ਆਵਾਂਗੇ। ਬਾਬਾ ਜੀ ਪ੍ਰਸੰਨ ਹੋ ਗਏ। ਬਾਬਾ ਅਤਰ ਸਿੰਘ ਜੀ ਕਹਿਣ ਲੱਗੇ, ਲੈ ਬਾਬਾ, ਜੇ ਛੋਟੀ ਬੇਗਮ ਨੂੰ ਪੁੱਤਰ ਦਿੱਤਾ, ਬੜੀ ਦੇ ਮਨ ਵਿੱਚ ਨਿਰਾਸ਼ਾ ਆ ਜੂ, ਜਾ 70 ਸਾਲ ਦੀ ਦਾ ਹੀ ਪੁੱਤਰ ਹੋਏਗਾ। ਜੇ ਗੁਰੂ ਨਾਨਕ ਤੁਰ ਉੱਠਿਆ ਫਿਰ ਸਰੀਰ ਹਰੇ ਹੀ ਹੋਣਗੇ ਤੁਹਾਡੇ। 1 ਸਾਲ ਬਾਅਦ ਜਦ ਫੇਰ ਜਾਂਦੇ ਨੇ, ਬੈਂਡ ਬਾਜੇ ਵਜਾਉਂਦਾ ਆਉਂਦਾ, ਬੜਾ ਮਲਖਈਆ ਨਾਲ ਭੰਗੜਾ ਪਾਉਂਦੇ ਆਉਂਦੇ ਨੇ। ਕਹਿੰਦੇ ਬਾਬਾ ਜੀ ਆ ਰਿਹਾ ਕੋਈ, ਕਹਿੰਦੇ ਉਹੀ ਆ ਰਿਹਾ। ਸੋ ਐਸੇ ਦਿਆਲੂ ਮਹਾਂਪੁਰਸ਼ ਸਾਰੇ ਮਹਾਂਪੁਰਸ਼ਾਂ ਦੀ ਹੈ। ਮੈਂ ਤੇ ਗੁਰਦੇਵ ਸਿੰਘ ਹੋਣੀ ਜਿਹੜੇ ਛੋਟੇ ਬੋਲਦੇ ਨੇ, ਅਸੀਂ 2 ਜਣੇ ਮੁਰਾਦਾਬਾਦ। ਮੁਰਾਦਾਬਾਦ ਉੱਥੇ ਇੱਕ ਰਮੇਸ਼ ਕੁਮਾਰ ਸਾਹੂ ਹੈ, 25 ਸਾਲ ਦੀ ਲੜਕੀ ਹੋ ਗਈ ਉਹਦੀ। ਤੇ ਮਹਾਰਾਜ ਜੀ ਇੱਥੇ ਚੰਡੀਗੜ੍ਹ ਦੀਵਾਨ ਲਾਉਣ ਤੋਂ ਬਾਅਦ ਮੇਰੇ ਕੋਲ ਇੱਥੇ ਠਹਿਰੇ, 27 ਦਿਨ ਠਹਿਰੇ ਸੀ ਤੇ ਦੀਵਾਨ ਲਾਇਆ। ਉਹਦੇ ਬਾਅਦ ਕਹਿੰਦੇ ਅਸੀਂ ਪਹਾੜ ਨੂੰ ਜਾਣਾ। ਪਹਾੜ ਨੂੰ ਜਾਣ ਵਾਸਤੇ ਪਤਾ ਲੱਗ ਗਿਆ, ਰਾਹ ਵਿੱਚ ਖੇੜਾ ਟਰਾਂਸਪੋਰਟ ਕੰਪਨੀ ਦੇ ਚੰਨਣ ਸਿੰਘ ਹੋਣੀ, ਉਹਨਾਂ ਨੇ ਮਹਾਰਾਜ ਜੀ ਨੂੰ ਰੋਕ ਲਿਆ ਵੀ ਮਹਾਰਾਜ ਦੁਪਹਿਰਾ ਕੱਟ ਕੇ ਜਾਇਓ ਇੱਥੇ। ਤੇ ਰਮੇਸ਼ ਕੁਮਾਰ ਦੀ ਕੋਠੀ ਦੇ ਵਿੱਚ ਉਤਾਰਾ ਕਰਾਤਾ। ਇਹ ਸਾਊ ਸੀ, ਕੋਟਦਵਾਰ ਦਾ ਛੋਟਾ ਜਿਹਾ ਰਾਜਾ ਸੀ ਤੇ MP ਵੀ ਰਿਹਾ, MLA ਵੀ ਰਿਹਾ। ਤੇ ਜਦੋਂ ਮਹਾਰਾਜ ਜੀ ਉੱਥੇ ਦੁਪਹਿਰੇ ਆਰਾਮ ਕਰਿਆ ਤੇ ਜਾਣ ਵਾਸਤੇ ਤਿਆਰ ਹੋਏ, ਚਾਹ ਪਾਣੀ ਗਿਆ, ਤਾਂ ਸਰਜੀਤ ਸਿੰਘ ਚੰਨਣ ਸਿੰਘ ਦਾ ਛੋਟਾ ਭਰਾ ਕਹਿਣ ਲੱਗਿਆ, ਸਾਊ ਸਾਹਿਬ ਰੱਬ ਆਇਆ ਹੋਇਆ ਤੁਹਾਡੇ ਘਰ, ਮੰਗ ਲੈ, ਕੀ ਮੰਗਣਾ? ਕਹਿੰਦਾ ਸੱਚਮੁੱਚ? ਕਹਿੰਦੇ ਹਾਂ, ਜਿਹੜਾ ਕੁਛ ਮੰਗ ਲਏਗਾ ਮਿਲ ਜੂ ਅੱਜ। ਉਸ ਵੇਲੇ ਆਪਣੀ ਰਾਣੀ ਨੂੰ ਇਸ਼ਨਾਨ ਕਰਾਇਆ, ਆਪ ਕਰਿਆ। ਕਹਿੰਦਾ ਛੇਤੀ ਕਰੋ। ਘਾਹ ਮੰਗਾਇਆ, ਦੁੱਬ ਮੰਗਾਈ, ਗਲ 'ਚ ਪੱਲੇ ਪਾਇਆ। ਜਿਹੜਾ ਗਲ 'ਚ ਆ ਚੁੰਨੀਆਂ ਜਿਹੀਆਂ ਅਸੀਂ ਪਾਈ ਫਿਰਦੇ ਹਾਂ ਨਾ, ਇਹਦਾ ਮਤਲਬ ਇਹ ਹੁੰਦਾ ਹੈ ਵੀ ਅਸੀਂ ਤਾਂ ਅੱਤ ਗਰੀਬ ਆ। ਇਹਦੀ ਨਿਸ਼ਾਨੀ ਹੁੰਦੀ ਹੈ, ਗਰੀਬੀ ਦੀ ਨਿਸ਼ਾਨੀ ਹੈ, ਆਕੜ ਨਹੀਂ ਹੁੰਦੀ। ਜਿਹਨੇ ਚੁੰਨੀ ਗਲ 'ਚ ਪਾ ਲਈ ਉਹਦਾ ਆਕੜਨਾ ਫੇਰ ਫਜ਼ੂਲ ਹੁੰਦਾ, ਕਿਉਂਕਿ ਗਲ ਵਿੱਚ ਪੱਲਾ ਪਾ ਲਿਆ, ਪੱਲਾ ਪਾ ਕੇ ਹੀ ਮਿਲਿਆ ਜਾਂਦਾ। ਜਦੋਂ ਪੱਲਾ ਹੀ ਪਾ ਲਿਆ ਫੇਰ ਕਿਹਦੇ ਮੂਹਰੇ ਆਕੜਾਂ, ਕਿਹਦੇ ਮੂਹਰੇ ਹੈਂਕੜਾਂ, ਫਿਰ ਤਾਂ ਗਰੀਬਾਂ ਦੇ ਗਰੀਬ ਆ ਸੀ। ਇਹ ਗੱਲ ਸਮਝਣੀ ਚਾਹੀਦੀ ਹੈ, ਪ੍ਰਤੀਤ ਜਿਹੜੀ ਚੀਜ਼ ਦਾ ਹੁੰਦਾ। ਸੋ ਉਸ ਵੇਲੇ ਉਹਨੇ ਪੱਲਾ ਪਾਇਆ, ਰਾਣੀ ਨੇ ਵੀ ਪਾਇਆ ਗਲ 'ਚ, ਤੇ ਮਹਾਰਾਜ ਦੇ ਚਰਨਾਂ ਤੇ ਜਾ ਕੇ ਨਮਸਕਾਰ ਕੀਤੀ। ਮਹਾਰਾਜ ਨੇ ਅਸੀਸ ਦਿੱਤੀ ਤੇ ਖੜੇ ਹੋ ਗਏ। ਹੱਥ ਵਿੱਚ ਦੁੱਬ ਫੜੀ ਹੋਈ ਹੈ, ਉਹ ਦੁੱਬ ਨੂੰ ਥੋੜਾ ਜਿਹਾ ਉੱਚਾ ਕਰਕੇ ਮੂੰਹ ਵਿੱਚ ਲੈ ਲਿਆ ਉਹਨਾਂ ਨੇ। ਮਹਾਰਾਜ ਜੀ ਸਮਝ ਗਏ ਵੀ ਅੱਤ ਅਧੀਨਤਾ ਦੇ ਨਾਲ ਇਹ ਸਾਧੂ ਕੋਲ ਆਏ। ਜੇ ਸਾਧੂ ਕੋਲ ਜਾਓ, ਅੱਤ ਅਧੀਨਤਾ ਦੇ ਨਾਲ ਜਾਓ, ਪੱਲੇ ਭਰ ਕੇ ਵਾਪਸ ਆਓਗੇ। ਜੇ ਹੈਂਕੜ ਨਾ ਜਾਓ, ਸਾਧੂ ਕਿਸੇ ਦੀ ਹੈਂਕੜ ਨਹੀਂ ਸਹਿੰਦੇ। ਉਹਦਾ ਆਪੇ ਜਾ ਕੇ ਕਿਹਾ, ਦਰਗਾਹ ਚਲੇ ਸੋ ਕਿਸ ਕੋ ਨਜ਼ਰ ਲਾਇਆ ਵੇ ਤਲੇ। ਦਰਗਾਹ ਜੀ ਦਾ ਹੁਕਮ ਮੰਨਦੀ ਹੋਵੇ, ਉਹ ਕਿਸੇ ਦੀ ਕਾਣ ਮੰਨਦਾ।
ਸੋ ਮਹਾਰਾਜ ਜੀ ਦਇਆ ਦੇ ਘਰ 'ਚ ਆ ਗਏ। ਕਹਿੰਦੇ ਕੀ ਗੱਲ, ਕੌਣ ਨੇ ਇਹ? ਕਹਿੰਦੇ ਮਹਾਰਾਜ ਇਹ ਰਮੇਸ਼ ਕੁਮਾਰ ਸਾਹੂ ਕਹਿੰਦੇ ਨੇ, ਕੋਟਦਵਾਰ ਦਾ ਰਾਜਾ ਹੈ, ਤੇ ਇਹਦੇ ਘਰ ਦੱਸੋ ਭਾਈ। ਕਹਿੰਦੇ ਮਹਾਰਾਜ ਲੜਕੀ 25 ਸਾਲ ਦੀ ਹੋ ਗਈ, ਉਹਦੇ ਬਾਅਦ ਕਿਸੇ ਔਲਾਦ ਦਾ ਮੁੱਖ ਦੇਖਣਾ ਨਸੀਬ ਨਹੀਂ ਹੋਇਆ, ਤੇ ਪੁੱਤਰ ਦੀ ਆਸ ਵਿੱਚ ਅਸੀਂ ਬੜੇ ਕਰਮ ਕਰੇ। ਕਹਿੰਦੇ ਕੀ? ਕਹਿੰਦੇ 68 ਤੀਰਥਾਂ ਦਾ ਇਸ਼ਨਾਨ ਵਿਧੀ ਪੂਰਵਕ ਦਾਨ ਕਰਿਆ, ਸੰਤਾਂ ਦੀਆਂ ਮੰਡਲੀਆਂ ਬੁਲਾ ਕੇ ਜਗਰਾਤੇ ਕਰਾਏ ਨੇ, ਜਿਵੇਂ ਜਿਵੇਂ ਸਾਨੂੰ ਕਿਹਾ ਅਸੀਂ ਸਾਰਾ ਕੁਝ ਕਰ ਲਿਆ। ਕਹਿੰਦੇ ਭਜਨ ਵੀ ਕਰਦਾ ਹੁੰਦਾ ਹੈ? ਕਹਿੰਦੇ ਹਾਂਜੀ। ਕੀ ਕਰਦਾ ਹੁੰਦਾ? ਕਹਿੰਦਾ ਜੀ ਮੈਂ ਵਿਸ਼ਨੂੰ ਜੀ ਦੀ ਉਪਾਸਨਾ ਕਰਦਾ। ਮਹਾਰਾਜ ਜੀ ਚੁੱਪ ਕਰ ਗਏ। ਕਹਿੰਦੇ ਜੇ ਤੂੰ ਵੱਡੇ ਦੀ ਉਪਾਸਨਾ ਦੱਸ ਦਈਏ, ਇਹਦੋਂ ਤਾਂ ਤੈਨੂੰ ਕੁਝ ਮਿਲਿਆ ਨਹੀਂ ਹੈ। ਕਹਿੰਦਾ ਮਹਾਰਾਜ ਉਹ ਦੱਸ ਦਿਓ। ਕਹਿੰਦੇ ਐਂ ਕਰ, ਬਾਕੀ ਤਾਂ ਸਾਰੀਆਂ ਟੱਲੀਆਂ ਟੁੱਲੀਆਂ ਤੂੰ ਉਵੇਂ ਹੀ ਖੜਕਾਈ ਜਾ, ਕੋਈ ਫਰਕ ਨਹੀਂ ਹੈ ਤੇਰੀ ਭਾਵਨਾ, ਤੇ ਤੂੰ ਅੱਜ ਤੋਂ ਬਾਅਦ ਜਿੱਥੇ ਵਿਸ਼ਨੂੰ ਜੀ ਦੀ ਪ੍ਰਤਿਮਾ ਰੱਖੀ ਹੋਈ ਹੈ ਨਾ, ਉੱਥੇ ਗੁਰੂ ਨਾਨਕ ਸਾਹਿਬ ਦੀ ਫੋਟੋ ਰੱਖ ਲੈ। ਇਹਨਾਂ ਨੂੰ ਤੂੰ ਕਰੀ ਅਰਜ, ਫਕੀਰ ਦੀ ਦੁਆ ਹੁੰਦੀ ਹੈ, ਮੈਂ ਵੀ ਕਰੂੰਗਾ ਤੂੰ ਵੀ ਕਰ, ਆਪਾਂ ਰਲ ਮਿਲ ਕੇ ਕਰਾਂਗੇ, ਤੈਨੂੰ ਪੁੱਤਰ ਦੀ ਦਾਤ ਮਿਲ ਜਾਏ। ਆਉਂਦੇ ਸਾਲ ਜਦ ਮਹਾਰਾਜ ਜੀ ਉੱਥੇ ਗਏ, ਇੱਥੇ ਦੀਵਾਨ ਲਾਏ ਸਾਡੇ ਚੰਡੀਗੜ੍ਹ, ਤੇ ਉਸ ਵੇਲੇ ਉਹਦੇ ਖੁਸ਼ੀਆਂ ਮੰਗਲ ਹੋ ਰਹੇ ਨੇ। ਵਾਹਿਗੁਰੂ ਨੇ ਇੱਕ ਸੋਹਣਾ ਜਿਹਾ ਲਾਲ ਬਖਸ਼ ਦਿੱਤਾ 25 ਸਾਲ ਬਾਅਦ। ਜਦ ਮੈਂ ਗਿਆ ਪ੍ਰਸ਼ਾਦਾ ਵਰਤਾ ਰਿਹਾ ਸੀ, 5 ਸਾਲ ਦਾ ਸੀ। ਕਹਿੰਦੇ ਆ ਮਹਾਰਾਜ ਦੀ ਕਿਰਪਾ ਹੋਈ ਹੈ ਇਸ ਘਰ ਦੇ ਉੱਤੇ। ਸੋ ਐਸੇ ਮਹਾਂਪੁਰਸ਼, ਨਾ 70 ਸਾਲ ਦੀ ਉਮਰ ਦੇਖਣੀ ਹੈ, ਨਾ ਕੋਈ ਘੱਟ ਦੇਖਣੀ ਹੈ। ਗੁਰਦੇਵ ਸਿੰਘ ਦੇ ਲੜਕੀ 12 ਸਾਲ ਦੀ ਹੋ ਗਈ ਸੀ, ਤੇ ਮਹਾਰਾਜ ਜੀ ਨੇ ਸਾਰਿਆਂ ਨੂੰ ਪਤਾ ਵੀ ਰਾਨੀ ਪ੍ਰੇਤ ਦਾ। ਮੈਂ ਵੀ ਉੱਥੇ ਸੀ। ਇਹ ਕਹਿਣ, ਮੈਂ ਕਿਹਾ ਭੂਤ ਪਾਤ ਤਾਂ ਹੁੰਦੇ ਹੀ ਨਹੀਂ। ਕਹਿੰਦੇ ਹੈਗਾ ਜੀ। ਮੈਂ ਕਿਹਾ ਮੇਰੀ ਗੱਲ ਕਰੋ। ਜਦ ਮੈਂ ਗੱਲ ਕਰਨ ਲੱਗਿਆ, ਕਹਿੰਦਾ ਮੈਂ ਮੁਰੱਬੇ ਲੈਣੇ ਨੇ, ਗੱਲ ਕਰਾਂ। ਮੈਂ ਕਿਹਾ ਤੈਨੂੰ ਮਹਾਰਾਜ ਜੀ ਦੇ ਨਾਲ ਮਿਲਾ ਦਾਂਗੇ। ਕਹਿੰਦਾ ਜੇ ਮਿਲਾ ਦੇਗਾ ਪੁੱਛ ਕੀ ਪੁੱਛਦਾ। ਮੈਂ ਕਿਹਾ ਵੀ ਹੈ ਤਾਂ ਕੋਈ ਤੇਜ਼ ਤਰਾਰ ਬੰਦਾ। ਮੈਂ ਤਾਂ ਫਾਰਮ ਨੂੰ ਚਲਿਆ ਗਿਆ, ਇਹ ਗੁਰਦੇਵ ਸਿੰਘ ਨਹੀਂ ਉੱਥੇ ਹੀ ਰਹਿ ਪਏ। ਦੂਸਰੇ ਦਿਨ ਉਹਦੇ ਬਿਆਨ ਲੈਣ ਲੱਗੇ, ਉਹਨੇ ਸਾਰਾ ਦੱਸਿਆ। ਇਹ ਕਿਤਾਬ ਬਣੀ ਹੋਈ ਹੈ, ਮੈਂ ਸਾਰੀਆਂ ਗੱਲਾਂ ਨਹੀਂ ਦੱਸਣੀਆਂ। ਇਰਾਨੀ ਪ੍ਰੇਤ, ਉਹ ਨਗੋਰਾ ਮਰ ਗਿਆ ਸੀ ਪੀਰ, ਤੇ ਪ੍ਰੇਤ ਬਣ ਗਿਆ। ਬੜੀਆਂ ਮੇਰੇ ਨਾਲ ਗੱਲਾਂ ਕਰੀਆਂ, ਬਹੁਤ ਜ਼ਿਆਦਾ ਹੀ, ਜਿਵੇਂ ਮਿੱਤਰੇ ਬਣ ਗਿਆ ਹੁੰਦਾ, ਐਂ ਗੱਲਾਂ ਕਰਦਾ ਰਿਹਾ। ਜਦ ਮੈਨੂੰ ਦੇਖਣਾ, ਜਦੇ ਆ ਜਾਣਾ। ਇੱਕ ਦਿਨ ਮੈਂ ਤੇ ਗੁਰਦੇਵ ਸਿੰਘ ਪਏ, ਇਹ ਉਬੜਵਾ 3 ਵਾਰੀ ਉੱਠਿਆ। ਮੈਂ ਕਿਹਾ ਕੀ ਗੱਲ ਤੂੰ ਸੌਂਦਾ ਨਹੀਂ? ਕਹਿੰਦਾ ਪਤਾ ਨਹੀਂ ਮੇਰੇ ਉੱਤੇ ਵਜਨ ਪੈਂਦਾ ਜਾਂਦਾ। ਮੈਂ ਕਿਹਾ ਤੈਨੂੰ ਸਾਈਕੋਲੋਜੀਕਲ ਅਸਰ ਹੋ ਗਿਆ ਕੋਈ ਕੱਲ੍ਹ ਵਾਲੀ ਗੱਲ ਦਾ, ਕਿਉਂਕਿ ਮਹਾਰਾਜ ਨੇ ਕਹਿਤਾ ਵੀ ਇਹਦੇ ਘਰ ਜਨਮ ਲੈ ਲੈ। ਜਦ ਅਸੀਂ ਮਹਾਰਾਜ ਜੀ ਦੇ ਗਏ ਤਾਂ ਉੱਥੇ ਉਹ ਮੋਹਨ ਸਿੰਘ ਵੀ ਸੀ। ਉੱਥੇ ਫੇਰ ਆ ਗਿਆ ਸਾਨੂੰ ਦੇਖ ਕੇ। ਮੈਂ ਕਿਹਾ ਕੀ ਹਾਲ ਹੈ? ਹੱਸਣ ਲੱਗ ਗਿਆ। ਕਹਿੰਦਾ ਪਿਤਾ ਜੀ ਕੋ ਨਮਸਕਾਰ ਕਰਨੇ ਗਿਆ ਸੀ, ਸਿਜਦਾ ਕਰਨੇ 3 ਦਫਾ ਹੀ। ਕਹਿੰਦਾ ਇਹ ਡਰ ਗਏ। ਮੈਂ ਕਿਹਾ ਬੜਾ ਖਰਾਬ ਹੈ ਤੂੰ ਤਾਂ। ਉਹ ਜਿਹੜੀਆਂ ਸਟੇ ਰੂਹਾਂ ਫਿਰਦੀਆਂ, ਉਹਨਾਂ ਨੂੰ ਮਨੁੱਖ ਬਣਾ ਦੇਣਾ, ਇਹ ਪੂਰੇ ਮਹਾਂਪੁਰਸ਼ਾਂ ਦਾ ਕੰਮ ਹੁੰਦਾ। ਕਹਿ ਦਿੱਤਾ ਇਹਦੇ ਘਰ ਜਾ ਕੇ ਜਨਮ ਲੈ ਲੈ। ਲੈਣਾ ਪਿਆ ਉਸ ਨੂੰ। ਕਈ ਸਿੰਘ ਡੋਲ ਗਏ ਸੀ। ਕਹਿੰਦੇ ਜੀ ਜੇ ਨਾ ਹੋਇਆ, ਮੈਂ ਕਿਹਾ ਤੁਸੀਂ ਬੜੇ ਬੇਵਿਸ਼ਵਾਸੀ ਹੋ। ਕਹਿੰਦੇ ਜੇ ਲੜਕੀ ਹੋ ਗਈ, ਮੈਂ ਕਿਹਾ ਤੁਹਾਨੂੰ ਸੰਤਾਂ ਦੀ ਮਹਿਮਾ ਦਾ ਨਹੀਂ ਪਤਾ। ਸੋ ਇਸ ਤਰ੍ਹਾਂ ਦੇ ਨਾਲ ਮਹਾਂਪੁਰਸ਼ਾਂ ਦੇ ਜਿੰਨੇ ਵੀ ਵਚਨ ਕਰੇ ਜਾਣ, ਇਹ ਕਿਉਂ ਹੁੰਦੇ ਨੇ? ਕਿਉਂਕਿ ਉਹਨਾਂ ਨੇ ਇੱਕ ਕਮਾਈ ਕਰੀ ਹੁੰਦੀ ਹੈ ਜਿਹਨੂੰ ਕੋਈ ਜਾਣ ਨਹੀਂ ਸਕਦਾ। ਉਹਨਾਂ ਦੀਆਂ ਕਥਾਵਾਂ ਤੇ ਸਾਡੀਆਂ ਕਥਾਵਾਂ ਦੇ ਵਿੱਚ ਬਹੁਤ ਵੱਡਾ ਫਰਕ ਹੈ। हर के सेवक जो हर पाए तिनकी कथा निराली है। हर के सेवक जो हर पाए तिनकी कथा निराली है।
संसार पाए तिन की कथा न राखी। बड़े महाराज बाबा अतर सिंह जी शरीर अलोप कर देंगे ने दस के सारा कुछ पूरा कर। उसदे बाद आपनूं इन्ना विराग लग्या कि ऐसी हालत हो गई सचमुच जिवें मच्छी पानी ते बगैर जिउंदी नहीं रह सकती। आही हाल महाराज जी का हो गया। भावें ज्ञानवान सी पूरे, पर जिस प्यारे से उन्ने हो तिस अगे मर चलिए। तिरक जीवन संसार तांके पातशाह जीवन। उस वेले आप चुप रहंदे ने। बड़ी दूर दूर फिर आए, अखीर राड़े की टकीरे विच आ गए। महाराज जी दस देंदे आप कहते इत्थे मैं ते छोटे महाराज बाबा किशन सिंह जी इत्थे रह गए ते नहर विच इशनान कर लेना। कहते कशहरा इको ही सी, चोला भी इको ही सी। कहते वो धो लेना, वो जिवें नहा के बह जाना आपे ही सुक जाता सी। दूए दिन फिर कहते असीं इशनान कर लेंदे, कोई चीज़ नहीं सी नाल रखदे। हौली हौली कहते प्रकृति बदन लगी। प्रवृत्ति सानूं देख लिया इत्थे बैठिया नूं हंसां दा सीगा, उठ चारदा फिरदा सी। ते जिस झड़ी 'च बैठे उत्थे चोर डाकू रहंदे थे, क्योंकि वो कोना सी मलेरकोटले दा, पटियाले दा ते अंग्रेजी इलाके का। चोर उत्थे आराम नाल छुप जाते सी। इधरली पुलिस भी नहीं सी बढ़दी, उधरली भी नहीं सी आउंदी। माड़ा जिहा इधर नूं वड़ जाना पटियाला आ जांदा सी, इधर नूं मलेरकोटला आ जांदा सी। उत्थे ही महाराज जी चले गए। ते आप ते तीए चौथे दिन डंगरां वालिआं ने दस्सिया भी साधु बैठे ने, कुछ खांदे नहीं कुछ पींदे नहीं। उस वेले एक ने लिया कि घड़ा देता पानी नाल भरता, फिर प्रशादा लियाउण लग गया कोई। वो हुंदे हुंदे एक तो दो, दो तो तीन हो गए, तीन तो चार हो गए। नलका ला लिया, प्रकृति बदलनी शुरू हो गई। ते आप लंगर दे विच एक दिन प्रशाद तैयार करिया ते इधरों गुजरवाल की संगत बहुत सारे सैकड़ियां की तादाद च बंदे किसी काम लंघे उत्थों दी। ते जब मुड़ के आए कहते बई इत्थे सुनिया कोई साधु है, दर्शन कर चलिए। जदों उत्थे आए तो महाराज जी के दर्शन करे, प्रसन्न हो गए। छोटी उम्र जे दाढ़ी माड़ी माड़ी उतरदी है, खिच सी उन्हां च हद दर्जे, नेत्रां वल कोई देख नहीं सकता। जिन्हें उन्होंने नेत्रां नूं देख लिया साध संगत जी ਉਹਦੇ ਬਾਣ ਲੱਗਿਆ। ਉਹ ਸਹਿ नहीं सकिया, ताब नहीं लै सकिया नेत्रां दी ते बोल दी। ਇੱਕੋ बोल दे नाल घायल कर दिंदे सी। छोटी जी उम्र सी। मैं कल बेनती करी सी कि मैनू कित्थों खिच लिया। उत्थे बैठा सी मैं मानसा ते परे। उस वेले आपकी उम्र 29 साल दी सी, मेरी 16 दी सी। ते इन्ना जोर नाल खिंचिया मैं दौड़िया ही आउंदा कि पहला मानसा चढ़िया, फिर कुपजित वाल उतरिया, उतों भी नठिया ही जाना। जब पिंड गया कहते राड़े वाले संतां दे दीवान लगे, मैं घर नहीं गया, सीधा ही उत्थे गया। 6 महीने मैनूं हो गए सी जंगल जेह च बैठे। महाराज जी ने इशारा करता, कहते इत्थे बह जा। मैं बह गया। बाहर लै गए मैनूं नाल। कहते कित्थे बैठा सी? मैं कहा जी जवारकिआं दी एक झीड़ी सी, उत्थे मैं बैठा सी। कहते अज चरण पाए सी, घर गए सी थोड़े, उत्थे बीबी ने भी कहते आके नमस्कार करी सी। कहते फिर असीं कहा भी अज आ जी। मैं कहा महाराज इन्ने जोर नाल मैनूं खिच्चिया? यानी मेरा बेनती करन तो भाव यह है कि 29 साल दे विच पूरे सी। वो ऐ नहीं भी तप तुप करना पिया, तप सानूं सिखाउण वास्ते आपने करिया। महाराज जी दसदे एक बारी मैं कहा भी महाराज जी मैनूं चिट्ठी आई है किसी प्रीतम सिंह दी भी जीवन लिखना है। महाराज कहते साधुआं दा जीवन कौन लिख सकता है? कहते की पता है किसी नूं असीं किवें करिया। मैं महाराज ऐ तां पता तुसीं उत्थे गए उत्थे गए। कहते ये कोई जीवन हुंदा? साधुआं दा जीवन हुंदा अंदरला जीवन, बाहरला नहीं। बाहरला लिखता उत्थे वो पिंड दीवान लाया, वो पिंड दीवान लाया। कहते ये की हुंदा? ये किसी नूं रस्ता दिखाउंदा है, रस्ता दिखाउंदा साधुआं दा अंदरला जीवन। मैं कहा महाराज जी कृपा करके मैनूं समझाओ, मैं समझ नहीं सकिया। कहते देख 9 साल असीं मंजे ते पिठ नहीं लाई, ना धरती ते लाई है। तुसीं हुण हैरान हो जाओ भी 9 साल कोई बंदा धरती ते पिठ लाए ते बगैर जागदा रह जांदा। उस वेले हालत की सी? आप सूरज छिपे कीर्तन करन लगदे, दीवान विचों लाइटां सब बुझवा दिंदे सी, कोई लाइट नहीं सी रखदे, खड़ के कीर्तन करदे। एक दिन महाराज जी ने दस्सिया, कहंदे इन्ने विराग दा कीर्तन हुंदा सी कि नेत्रां चों जल जाना। जल जा के कहंदे कुड़ते दे विच ही हो के छाती तो
ਲੱਤਾਂ 'ਚੋਂ ਹੋ ਕੇ ਕਹਿੰਦੇ ਪੈਰਾਂ ਤੱਕ ਚਲਿਆ ਜਾਣਾ ਰਾਤ ਨੂੰ। ਸਾਰੀ ਰਾਤ ਕਹਿੰਦੇ ਮੈਂ ਨੀਰ ਵਹੇ ਵਹਿ ਚੱਲੇ ਜੀਓ। ਅਸੀਂ ਤਾਂ ਪੜ੍ਹ ਲੈਂਦੇ ਹਾਂ ਨਾ, ਮੈਂ ਨੀਰ ਵਹੇ ਵਹਿ ਚੱਲੇ ਜੀਓ। ਕਦੇ ਦੇਖਿਆ ਹੰਝੂ ਗੇਰ ਕੇ? ਨਾ। ਇਹ ਉਹਨਾਂ ਦਾ ਹੀ ਸੀ। ਇਸੇ ਕਰਕੇ ਲਾਈਟ ਨਹੀਂ ਸੀ ਕਰਦੇ ਵੀ ਦੇਖ ਲੈਣਗੇ ਵੀ ਹੰਝੂ ਤੁਰੇ ਜਾ ਰਹੇ, ਦਿਖਾਉਂਦੇ ਨਹੀਂ ਸੀ ਕਿਸੇ ਨੂੰ। ਫਿਰ ਇਹ ਦੱਸਦੇ ਸੀ ਇੱਕ ਵਾਰੀ ਮੈਨੂੰ, ਕਹਿੰਦੇ ਅਸੀਂ ਦਰਵਾਜ਼ਾ ਬੰਦ ਕਰ ਲੈਣਾ ਭਾਦੋਂ ਦਾ ਮਹੀਨਾ, ਕਹਿੰਦੇ 7-7 ਦਿਨ ਨਾ ਸੀ ਖੋਲ੍ਹਣਾ, ਸਾਨੂੰ ਪਤਾ ਹੀ ਨਹੀਂ ਲੱਗਣਾ ਵੀ ਦਰਵਾਜ਼ਾ ਵੀ ਖੋਲ੍ਹਣਾ। ਕਹਿੰਦੇ ਧੁੱਪੇ ਬਹਿ ਜਾਣਾ, ਰਾਤ 2 ਵਜੇ ਠੰਡਾ ਹੁੰਦਾ ਰੇਤਾ, ਕਹਿੰਦੇ ਅਸੀਂ ਰੇਤੇ 'ਚ ਬਹਿ ਜਾਣਾ, ਰੇਤਾ ਪੱਟ ਲੈਣਾ, ਲੱਤਾਂ ਦੇ ਉੱਤੇ ਵੀ ਲੈ ਲੈਣਾ, ਕਹਿੰਦੇ ਆ ਢਿੱਡ ਤੱਕ ਰੇਤੇ ਦੇ ਵਿੱਚ ਬਹਿ ਜਾਣਾ। ਕਹਿੰਦਾ ਦੁਪਹਿਰਾ ਹੋ ਜਾਣਾ, ਲੋ ਚੱਲਣੀ, ਰੇਤਾ ਗਰਮ ਹੋ ਜਾਣਾ, ਤੇ ਸਾਨੂੰ ਕੋਈ ਪਤਾ ਨਹੀਂ। ਉਦਣ ਵੀ ਬੈਠੇ ਰਹੇ। ਦੂਏ ਦਿਨ ਕਿਤੇ ਇਸ਼ਨਾਨ ਵੇਲੇ ਸਾਨੂੰ ਪਤਾ ਲੱਗਿਆ, ਫਿਰ ਉੱਠ ਕੇ ਇਸ਼ਨਾਨ ਕਰਨ। ਇਹ ਭਾਰੀ ਕਰੀ ਤਪੱਸਿਆ, ਵੱਡੇ ਭਾਗ ਹਰ ਸਿਉ ਬਣ ਆਈ। ਐਵੇਂ ਨਹੀਂ ਹੈ। ਇਹ ਪਹਿਲੇ ਰਿਸ਼ੀਆਂ ਦੇ ਸ਼ਬਦ ਪੜ੍ਹਦੇ ਹੁੰਦੇ ਆ। ਇਹ ਜੇ ਮਾਰ ਕੰਡੇ ਨੇ ਤਪੱਸਿਆ ਕੀਤੀ, ਮਾਰ ਕੰਡੇ ਨੇ ਸਾਡੇ ਕੋਲ ਪਹਿਲਾਂ ਹਾਕਾਂ ਸੁਣ ਲਈ, ਉਹਦੇ ਬਾਅਦ ਰੂਪਮਾਨ ਹੋ ਕੇ ਆ ਗਈਆਂ। ਸਾਡੇ ਅੰਦਰ ਇੰਨਾ ਵਿਰਾਗ ਸੀ, ਅਸੀਂ ਅੱਖ ਚੱਕ ਕੇ ਉਹਨਾਂ ਦੇ ਚਿਹਰੇ ਵੱਲ ਵੀ ਨਹੀਂ ਤੱਕਿਆ। ਫੇਰ ਕੀ ਹੋਇਆ? ਦਾਸੀਆਂ ਬਣ ਕੇ ਪਿੱਛੇ ਫਿਰਦੀਆਂ ਸੀ। ਜਿਹੜਾ ਕੁਝ ਕੋਈ ਮੰਗ ਲੈਂਦਾ ਸੀ ਉਹੀ ਪ੍ਰਾਪਤ ਹੋਇਆ। ਸੋ ਵਿਰਾਗ ਦੀ ਹਾਲਤ ਇੰਤਹਾ ਤੇ ਗਈ ਹੋਈ ਸੀ। ਡਾਕਟਰਾਂ ਨੇ ਕਿਹਾ ਖੂਨ ਮੁੱਕ ਗਿਆ ਇਹਨਾਂ ਦਾ, ਹੁਣ ਇਹ ਬਹੁਤਾ ਚਿਰ ਨਹੀਂ ਜਿਉਂਦੇ। ਤੇ ਕਿੰਨੀਆਂ ਜ਼ਿਆਦੇ ਫਰੀਦ ਦੀ ਗੱਲ ਮਹਾਰਾਜ ਜੀ ਬਹੁਤ ਪਿਆਰ ਨਾਲ ਸੁਣਾਇਆ ਕਰਦੇ ਸੀ। ਤਨ ਸੁੱਕ ਕੇ ਹੱਡਾਂ ਦੀ ਮੁੱਠੀ ਹੋ ਗਿਆ, ਅਜੇ ਵੀ ਨਾ ਰੱਬ ਬੋੜਿਆ। ਤੇ ਐਸਾ ਪਪੀਹੇ ਨੂੰ ਜਦੋਂ ਪਪੀਹਾ ਬੋਲਦਾ ਸੀ ਨਾ ਉਹਨਾਂ ਦਿਨਾਂ 'ਚ, ਮਹਾਰਾਜ ਜੀ ਦਾ ਧਿਆਨ ਪਪੀਹੇ ਵੱਲ ਚਲੇ ਜਾਂਦਾ। ਪਪੀਹੇ ਨਾਲ ਗੱਲਾਂ ਕਰਨ ਲੱਗ ਜਾਂਦੇ ਸੀ ਇਸ ਤਰ੍ਹਾਂ ਦੇ ਨਾਲ। ਪਪੀਹਾ ਕੂਕਦਾ ਪਾਣੀ ਦੀ ਇੱਕ ਬੂੰਦ ਨੂੰ, ਕੂਕਾਂ ਮੈਂ ਦਦਾਰਿਆਂ ਨੂੰ,
ਤੁਹਾਡੇ ਦੇਖਦਿਆਂ, ਮੇਰੇ ਦੇਖਦਿਆਂ, ਨਿੰਦਿਆ ਕਰਨ ਵਾਲਿਆਂ ਦੇ ਦੇਖਦਿਆਂ, ਪਿਆਰ ਕਰਨ ਵਾਲਿਆਂ ਦੇ ਦੇਖਦਿਆਂ ਪਤਾ ਹੀ ਨਹੀਂ ਲੱਗਿਆ ਕਿਹੜੇ ਵੇਲੇ ਲੋਕ ਹੋ ਗਏ। ਚੰਗੇ ਭਲੇ ਸਾਰਿਆਂ ਨੂੰ ਮਿਲ ਕੇ ਗਏ ਇੰਗਲੈਂਡ। ਤੇ ਜਦੋਂ ਮੈਂ ਦਰਸ਼ਨ ਕਰਨ ਗਿਆ, ਮਹਾਰਾਜ ਜੀ ਚੁੱਪ ਬੈਠੇ ਨੇ, ਕੋਈ ਬਚਨ ਨਹੀਂ ਕਿਸੇ ਨਾਲ ਕਰਦੇ, ਕਿਸੇ ਨਾਲ। ਸਾਰੀ ਸੰਗਤ ਆਉਂਦੀ ਹੈ, ਨਮਸਕਾਰਾਂ ਕਰਦੀ ਹੈ, ਨਾ ਆਸ਼ੀਰਵਾਦ ਦਿੰਦੇ ਨੇ, ਨਾ ਕੋਈ ਬਚਨ ਕਰਦੇ ਨੇ। ਇੱਕ ਟੱਕ ਐਂ ਲੱਗਦਾ ਜਿਵੇਂ ਅੰਦਰੋਂ ਅੱਜ ਬਾਹਰ ਨਹੀਂ ਆ ਰਹੇ, ਸਰੀਰ ਬਾਹਰ ਬੈਠਾ ਹੈ ਲੇਕਿਨ ਆਪ ਨਹੀਂ ਆ ਰਿਹਾ। ਵੈਸੇ ਬਖਸ਼ਿਸ਼ਾਂ ਕੁਦਰਤੀ ਤੌਰ ਤੇ ਪ੍ਰਾਪਤ ਹੋ ਰਹੀਆਂ ਨੇ, ਦਰਸ਼ਨਾਂ ਦਾ ਫਲ ਮਹਾਂਪੁਰਸ਼ਾਂ ਦਾ ਕੋਈ ਛੋਟਾ ਨਹੀਂ ਹੋਇਆ ਕਰਦਾ। ਤੇ ਉਸ ਵੇਲੇ ਨਾਲ ਸੀ ਮੇਰੇ, ਕੋਈ ਟਾਈਮ ਲੈਣਾ ਸੀ ਬੜਾ ਜ਼ਰੂਰੀ, ਮੈਂ ਫਾਰਮ 'ਚੋਂ ਆਇਆ ਸੀ। ਤਾਂ ਮੈਨੂੰ ਮਾਸਟਰ ਜੀ ਕਹਿਣ ਲੱਗੇ ਪਿੱਛੇ ਦੀ ਆ ਜਾਓ। ਮੈਂ ਚਲਿਆ ਗਿਆ। ਕਹਿੰਦੇ ਕਿਵੇਂ ਆਏ? ਮੈਂ ਕਿਹਾ ਮਹਾਰਾਜ ਸਾਡੀ ਯੂਪੀ ਦੀ ਸੰਗਤ ਨੇ 1 ਕਰੋੜ ਪਾਠ ਕਰ ਲਿਆ। ਆ ਜਿਹੜੇ ਤੁਹਾਨੂੰ ਨਜ਼ਰ ਆਉਂਦੇ ਨਾ ਪ੍ਰਸ਼ਾਦੇ ਛਕਾਉਂਦੇ, ਆ ਹੋਰ ਟਰੱਕਾਂ ਦੇ ਵਿੱਚ ਆਏ ਨੇ, 9 ਟਰੱਕ 10 ਆਏ ਨੇ। ਤੇ ਕਹਿੰਦੇ ਅਸੀਂ 50 ਟਰੱਕ ਆ ਰਹੇ ਸੀ। ਫਿਰ ਅਸੀਂ ਰੋਕਿਆ ਵੀ ਕਿਤੇ ਉੱਥੇ ਐਸਾ ਨਾ ਹੋਵੇ ਠਹਿਰ ਨੂੰ ਥਾਂ ਨਾ ਹੋਵੇ ਇੰਨੀ ਸੰਗਤ ਨੂੰ। ਤਾਈਆਂ ਕਰ ਕਰਕੇ ਆ ਰਹੇ ਨੇ ਸਾਰੇ ਯੂਪੀ ਵਾਲੇ, ਕਿਉਂਕਿ ਉਹਨਾਂ ਨੇ ਦਰਸ਼ਨ ਕੀਤੇ ਸੀ, ਖਿੱਚ ਪਈ ਸੀ ਉਹਨਾਂ ਦੇ ਹਿਰਦਿਆਂ ਦੇ ਅੰਦਰ। ਤਾਂ ਉਸ ਵੇਲੇ ਮੈਂ ਫਾਰਮ 'ਚੋਂ ਆਇਆ। ਮੈਂ ਕਿਹਾ ਮਹਾਰਾਜ ਉਸ ਸੰਗਤ ਨੂੰ 1 ਕਰੋੜ ਪਾਠ ਕਰਾਤਾ ਤੇ ਹੁਣ ਆਪ ਨਾਮ ਦੀ ਜੁਗਤੀ ਦੱਸੋ ਉਹਨਾਂ ਨੂੰ। ਕਹਿੰਦੇ ਅਸੀਂ ਹਾਪੜ ਆਵਾਂਗੇ, ਹਾਪੜ ਤੋਂ ਉੱਥੇ ਤੂੰ ਲੈ ਆਈ ਸੰਗਤ। ਤੇ ਕਿੰਨੇ ਟਰੱਕ ਹੋ ਜਾਣਗੇ? ਮੈਂ ਕਿਹਾ ਮਹਾਰਾਜ ਬਹੁਤ ਬੱਸਾਂ ਹੋ ਜਾਣਗੀਆਂ, ਟਰੱਕ ਵੀ ਹੋ ਜਾਣਗੇ। ਬੇਅੰਤ ਸੰਗਤ ਆ ਜਿਨ੍ਹਾਂ ਨੇ 1 ਕਰੋੜ ਪਾਠ ਕਰਿਆ। ਥੋੜਾ ਤਾਂ ਨਹੀਂ ਹੁੰਦਾ ਕਰੋੜ। ਗ੍ਰਸਤੀ ਆਦਮੀ, ਫਾਰਮਾਂ 'ਚ ਕੰਮ ਕਰਨ ਵਾਲੇ, ਐਨ ਲਗਨ ਨਾਲ ਕਰਿਆ ਸਾਰਿਆਂ ਨੇ। ਮੈਂ ਕਿਹਾ ਹੁਣ ਇਹਨਾਂ ਨੂੰ ਮਹਾਂਪੁਰਸ਼ਾਂ ਤੋਂ ਜੁਗਤੀ ਦਵਾ ਦਈਏ ਤਾਂ ਕਿ ਗਾਹਾਂ ਲੰਘ ਜਾ। ਮਾਸਟਰ ਨੂੰ ਕਹਿੰਦੇ ਕਿੱਦਣ ਜਾਣਾ? ਕਹਿੰਦਾ ਜੀ ਖਬਰ ਨਹੀਂ 18 ਨੂੰ, ਖਬਰ ਨਹੀਂ 17 ਨੂੰ। ਗੱਲ ਟਾਲਤੀ ਹੈ। ਮੈਂ ਵੀ ਨਿਰਾਸ਼ ਹੋ ਗਿਆ ਵੀ ਹੁਣ ਕੀ ਹੋਊਗਾ। ਮਹਾਰਾਜ ਕਹਿਣ ਲੱਗੇ, ਜਾਂ ਮੈਂ ਨਿਕਲਣ ਲੱਗਿਆ ਬਾਹਰ, ਕਹਿੰਦੇ ਫੇਰ ਕਿਵੇਂ ਕਰਨਾ ਹੈ? ਮੈਂ ਕਿਹਾ ਮਹਾਰਾਜ ਤੁਹਾਡੀ ਮਰਜ਼ੀ। ਕਹਿੰਦੇ ਗੱਲ ਸੁਣ ਮੁੜਿਆ। ਮੈਂ ਫੇਰ ਮੁੜ ਕੇ ਚਲੇ ਗਿਆ। ਕਹਿੰਦੇ ਤੂੰ ਹੀ ਦੱਸ ਦਿਆ ਕਰ। ਮੈਂ ਕਿਹਾ ਮਹਾਰਾਜ ਐਡਾ ਬੜਾ ਕੰਮ, ਇਹ ਕਿਤੇ ਮਾਮੂਲੀ ਆ। ਮੇਰੇ ਵਰਗਾ ਬੰਦਾ ਤਾਂ ਨਾਮ ਵੀ ਨਹੀਂ ਲੈ ਸਕਦਾ, ਸੋਚ ਵੀ ਨਹੀਂ ਸਕਦਾ। ਪਹਿਲਾਂ ਤਾਂ ਸਾਰੇ ਪਾਪ ਉਹਦੇ ਧੋਵੋ। ਨਾਮ ਕੋਈ ਸਖਾਲੀ ਜੀ ਚੀਜ਼ ਨਹੀਂ ਹੁੰਦਾ ਕਿਸੇ ਨੂੰ ਦੇਣਾ। ਸਾਰੇ ਪਾਪ ਦੂਰ ਕਰੋ, ਫੇਰ ਨਾਮ ਦੀ ਦਾਤ ਦਿੱਤੀ ਜਾਂਦੀ। ਮੈਂ ਮਹਾਰਾਜ ਇਹ ਕੰਮ ਮੈਨੂੰ ਨਾ ਕਹੋ, ਮੈਂ ਨਹੀਂ ਇਹ ਕਰ ਸਕਣਾ। ਬਿਲਕੁਲ ਨਾ, ਮੈਂ ਇਹ ਤਾਂ ਨਹੀਂ। ਕਹਿੰਦੇ ਚੰਗਾ ਇੱਕ ਇੰਤਜ਼ਾਮ ਕਰ ਲੈਂਦੇ ਹਾਂ। ਮੈਂ ਕਿਹਾ ਉਹ ਦੱਸੋ ਮਹਾਰਾਜ। ਕਹਿੰਦੇ ਫਿਰ ਜਿਹਦੇ ਨਾਲ ਤੂੰ ਗੱਲ ਕਰਦਾ ਨਾ, ਜਦੋਂ ਇਹ ਜੀ ਗੱਲ ਕਰਨੀ ਹੋਵੇ ਉਹਨੂੰ ਸਰੀਰ ਦੇ ਦਿਆ ਕਰੇਗਾ। ਮੈਂ ਕਿਹਾ ਮਹਾਰਾਜ ਸਰੀਰ ਤਾਂ ਤੁਹਾਡਾ ਹੀ ਹੈ, ਮੇਰਾ ਤਾਂ ਹੈ ਹੀ ਨਹੀਂ। ਕਹਿੰਦੇ ਫਿਰ ਗੱਲ ਹੀ ਖਤਮ ਹੋ ਗਈ। ਰਮਜ ਮਾਰਤੀ, ਮੈਂ ਸਮਝ ਨਾ ਸਕਿਆ। ਜੇ ਕਿਤੇ ਸਮਝ ਜਾਂਦਾ ਮੈਂ ਚਰਨ ਫੜ ਲੈਣੀ ਸੀ ਵੀ ਮਹਾਰਾਜ ਆਹ ਗੱਲ ਤੁਸੀਂ ਕਿ ਹੁਣ ਕਿਉਂ ਕਹਿ ਰਹੇ ਹੋ? ਤੁਸੀਂ ਕਹਿ ਦਿਓ ਇੰਗਲੈਂਡ ਤੋਂ ਆ ਕੇ ਅਸੀਂ ਫਿਰ ਸਾਡੇ ਸੰਗਤ ਲਿਆਏ। ਮੈਂ ਗੱਲੇ ਨਾ ਸਮਝ ਸਕਿਆ, ਫੋਲੋ ਹੀ ਨਾ ਕਰ ਸਕਿਆ। ਮੇਰੇ ਅੰਦਰ ਝਗੜਾ ਸ਼ੁਰੂ ਹੋ ਗਿਆ ਵੀ ਮਹਾਰਾਜ ਨੇ ਇਹੋ ਜਿਹੀ ਗੱਲ ਕਿਉਂ ਕਹਿ ਦਿੱਤੀ? ਮੈਂ ਕਿਤੇ ਇਹ ਕੰਮ ਕਰਨਾ, ਮੈਂ ਕਿਉਂ ਕਿਸੇ ਨੂੰ ਨਾਮ ਦਊਂਗਾ, ਕਿਉਂ ਦੱਸੂਗਾ? ਆਹ ਗੱਲ ਵਿੱਚ ਮੈਂ ਰਹਿ ਗਿਆ। ਦੂਏ ਪਾਸੇ ਮੇਰਾ ਦਿਮਾਗ ਹੀ ਲੱਗਿਆ, ਮਾਇਆ ਹੀ ਪਾਤੀ ਮੇਰੇ ਤੇ। ਪਤਾ ਹੀ ਜਦ ਲੱਗਿਆ ਜਦ ਅਸੀਂ ਅਖਬਾਰ 'ਚ ਪੜ੍ਹਿਆ। ਇਸ ਬਾਤ ਨੂੰ ਦੱਸਿਆ ਨਹੀਂ ਜਾਂਦਾ ਸਾਥ ਨਾ ਕਹਿਣ ਦੀ ਗੱਲ ਹੈ, ਨਾ ਮੈਂ ਦੱਸ ਸਕਦਾ।